ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਜੀ, ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਜੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ ਦਿਨ ਦਿਨ ਪ੍ਰਤ ਤੀਰਥ ਬਨਤ, ਸਤਿਗੁਰ ਕਰਹਿ ਤਗੀਦ। ਆਪ ਆਪਨੇ ਕਾਜ ਕਰ, ਸੰਧਿਆ ਹੋਤ ਰਸੀਦ। ਦਿਨ ਦਿਨ ਪ੍ਰਤ ਤੀਰਥ ਬਨਤ, ਸਤਿਗੁਰ ਕਰਹਿ ਤਗੀਦ। ਆਪ ਆਪਨੇ ਕਾਜ ਕਰ, ਸੰਧਿਆ ਹੋਤ ਰਸੀਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਮਿਹਰਾਮਤਾਂ ਦੇ ਸਾਗਰ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ, ਕਰੁਣਾ ਨਿਧਾਨ ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਜ ਰਹੇ ਸੰਧਿਆ ਦੇ ਪਾਵਨ ਪਵਿੱਤਰ ਦੀਵਾਨ ਅੰਦਰ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਵਡਭਾਗੇ ਹਾਂ
ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਜੀਵਨ, ਪਾਵਨ ਪਵਿੱਤਰ ਦਰ ਘਰ ਦੀ ਸੋਭਾ ਕੀਰਤ ਸ਼ਰਵਣ ਕਰਨ ਦੇ ਨਿਤਾ ਪ੍ਰਤੀ ਸੁਭਾਗ ਪ੍ਰਾਪਤ ਹੋ ਰਹੇ ਹਨ। ਪਿਛਲੇ ਦੀਵਾਨ ਅੰਦਰ ਜਥਾ ਪ੍ਰਸੰਗ ਖਾਲਸਾ ਜੀ ਆਪਾਂ ਸ਼ਰਵਣ ਕੀਤਾ ਹੈ ਕਿ ਇੱਕ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਗੋਇੰਦਵਾਲ ਸਾਹਿਬ ਨੂੰ ਜਾਣ ਦੀ ਇੱਛਾ ਕੀਤੀ, ਕਿਉਂਕਿ ਲੰਮੇਰੇ ਸਮੇਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ ਸਤਿਗੁਰਾਂ ਸੇਵਾ ਕਰਵਾਈ, ਸਿੱਖਾਂ ਨੂੰ ਤਾਰਿਆ, ਨਿਤਾ ਪ੍ਰਤੀ ਰੋਜ਼ ਸਿੱਖ ਸੰਗਤਾਂ ਮਹਾਰਾਜ ਦਾ ਉਪਦੇਸ਼ ਲੈਣ ਵਾਸਤੇ ਸਤਿਗੁਰਾਂ ਦੇ ਦਰ ਕਰਦੀਆਂ, ਹਾਜ਼ਰੀਆਂ ਭਰਦੀਆਂ। ਮੇਰ ਦੇ ਘਰ ਵਿੱਚ ਆਏ ਹੋਏ ਪਾਤਸ਼ਾਹ ਜੀ ਸਿੱਖਾਂ ਦੇ ਸਮੇਤ ਗੋਇੰਦਵਾਲ ਸਾਹਿਬ ਨੂੰ ਪਾਤਸ਼ਾਹ ਜੀਆਂ ਚਾਲੇ ਪਾਏ ਤੇ ਗਰੀਬ ਨਵਾਜ ਮਹਾਰਾਜ ਜਿਨ੍ਹਾਂ ਦਾ ਸੁਭਾਅ ਹੀ ਪਰ ਉਪਕਾਰ ਕਰਨਾ ਹੈ, ਐਸੇ ਦਿਆਲੂ ਕਿਰਪਾਲੂ ਗਰੀਬ ਨਵਾਜ ਜਿੱਥੇ ਸਾਧ ਸੰਗਤ ਜੀ ਹੁਣ ਤਰਨ ਤਾਰਨ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਬਣ ਰਿਹਾ ਹੈ, ਪਾਵਨ ਪਵਿੱਤਰ ਸਥਾਨ ਸਜ ਰਿਹਾ ਹੈ। ਇਹ ਉਹਨਾਂ ਸਮਿਆਂ ਵਿੱਚ ਇੱਥੇ ਸ਼ਹਿਰ ਜਾਂ ਕੋਈ ਵਸੋਂ ਹੈ ਨਹੀਂ ਸੀ। 3-4 ਪਿੰਡਾਂ ਦੀ ਜਿਹੜੀ ਕੋਈ ਹੱਦਬੰਦੀ ਇੱਥੇ ਲੱਗਦੀ ਸੀ, ਜਿਹਦੇ ਵਿੱਚ ਇੱਕ ਖਾਨਵਾਲ, ਪਲਾਸੂਰ ਇਤਿਆਦਿਕ ਹੋਰ ਪਿੰਡ ਜਿਹੜੇ ਵੈ ਇਸ ਜ਼ਮੀਨ ਦੇ ਪਿੱਛੇ ਇੱਕ ਦੂਜੇ ਨਾਲ ਝਗੜਦੇ ਸਨ। ਬੜੀ ਵਾਰ ਝੜਪਾਂ ਹੋਈਆਂ, ਖੂਨੀ ਲੜਾਈ ਹੋਈ ਔਰ ਬੜੇ ਹੀ ਕਤਲ ਹੁੰਦੇ ਸਨ। ਇਸ ਜ਼ਮੀਨ ਦੇ ਪਿੱਛੇ ਪਿੰਡਾਂ ਦਾ ਆਪਸ ਵਿੱਚ ਬੜਾ ਵੈਰ ਪਿਆ ਹੋਇਆ। ਗਰੀਬ ਨਵਾਜ ਮਹਾਰਾਜ ਜੀਆਂ ਇਸ ਥਾਂ 'ਤੇ ਉਤਾਰਾ ਕੀਤਾ, ਤੰਬੂ ਲਾਏ। ਲਾਗੇ ਲਾਗੇ ਪਿੰਡਾਂ ਦੇ ਚੌਧਰੀ, ਕੋਈ ਪੰਚਾਇਤਾਂ ਮਹਾਰਾਜ ਦੇ ਦਰਸ਼ਨ ਕਰਨ ਨੂੰ ਪਹੁੰਚਣ ਲੱਗੀਆਂ। ਪਿੰਡਾਂ ਵਿੱਚ ਗੱਲ ਇਹ ਫੈਲ ਗਈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਗੱਦੀ 'ਤੇ ਸੁਭਾਏਮਾਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਆਪਣੇ ਨਗਰਾਂ ਦੇ ਬਾਹਰ-ਬਾਹਰ ਜਿੱਥੇ ਰੌਲੇ ਵਾਲੀ ਜ਼ਮੀਨ ਹੈ ਉੱਥੇ ਆਏ ਹੋਏ ਹੈ। ਸੰਗਤਾਂ ਭੇਟਾਵਾਂ, ਪ੍ਰੇਮ ਭੇਟਾਵਾਂ ਰਸਤਾਂ ਲੈ ਲੈ ਕੇ ਪਹੁੰਚਣ ਲੱਗੀਆਂ। ਦਰਸ਼ਨ ਦਿਦਾਰੇ ਕੀਤੇ, ਦੀਵਾਨ ਸਜੇ ਤੇ ਹਜ਼ੂਰ ਜਾਣਦੇ ਸਨ ਇਸ ਜ਼ਮੀਨ ਦੇ ਝਗੜੇ ਬਾਬਤ ਪਹਿਲਾਂ ਹੀ। ਪਾਤਸ਼ਾਹ ਜੀਆਂ ਕੋਈ ਖਾਨਵਾਲ ਤੇ ਪਲਾਸੁਰ ਨਾਮ ਦੇ ਇਹਨਾਂ ਪਿੰਡਾਂ ਦੇ ਚੌਧਰੀਆਂ ਨੂੰ ਆਖਣਾ ਕੀਤਾ ਕਿ ਭਾਈ ਵੇਖੋ, ਭਲਾ ਹੀ ਭਲਾ ਹੈ ਜੇ ਇਹ ਜ਼ਮੀਨ ਤੁਸੀਂ ਗੁਰੂ ਘਰ ਨੂੰ ਦੇ ਦਿਓ ਤਾਂ ਇੱਕ ਤਾਂ ਤੁਹਾਡੇ ਪਿੰਡਾਂ ਦੇ ਝਗੜੇ ਮੁੱਕ ਜਾਣਗੇ, ਦੂਜਾ ਇੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦੇ ਘਰ ਦਾ ਬੜਾ ਮਹਾਨ ਤੀਰਥ ਪ੍ਰਗਟ ਹੋਵੇਗਾ, ਜਿੱਥੇ ਬੜੇ ਬੜੇ ਪਾਪੀ, ਪਾਮਰ, ਕੋਹੜੀ, ਰੋਗੀ ਉਧਰਿਆ ਕਰਨਗੇ। ਪਿੰਡ ਦੇ ਲੋਕ ਸਿਆਣੇ ਸਨ, ਉਹਨਾਂ ਰਲ ਕੇ ਮਤਾ ਕੀਤਾ, ਸਲਾਹ ਕੀਤੀ ਕਿ ਮਹਾਰਾਜ ਦੇ ਬਚਨ ਤਾਂ ਠੀਕ ਹਨ, ਆਪਾਂ ਬੜੇ ਵਰ੍ਹਿਆਂ ਤੋਂ ਇਸ ਜ਼ਮੀਨ ਪਿੱਛੇ ਲੜ ਲੜ ਕੇ ਮਰਦੇ ਹਾਂ, ਚਲੋ ਇਹ ਕਿਸੇ ਦੀ ਵੀ ਨਾ ਹੋਵੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਹੋ ਜਾਵੇ ਜ਼ਮੀਨ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਸਾਧ ਸੰਗਤ ਜੀ 1,57,000 ਰੁਪਈਆ ਦੇ ਕੇ ਤਰਨ ਤਾਰਨ ਸਾਹਿਬ ਜਿਹੜਾ ਹੁਣ ਸ਼ਹਿਰ ਹੈ ਇਹ ਜ਼ਮੀਨ ਖਰੀਦੀ ਸੀ ਇਹਨਾਂ ਪਿੰਡਾਂ ਤੋਂ। ਸੋਹਣਾ ਟੱਕ ਲਾਇਆ ਮਹਾਰਾਜ ਪਾਤਸ਼ਾਹ ਜੀਆਂ ਇਸ ਨਗਰ ਦੀ, ਇਸ ਪਾਵਨ ਸਥਾਨ ਦੀ, ਸਰੋਵਰ ਦੀ ਨੀਂਹ 17 ਵਿਸਾਖ ਬਿਕਰਮੀ ਸੰਮਤ 1647 ਇਸ ਦਿਨ ਨੀਂਹ ਰੱਖੀ
ਤੇ ਸੰਗਤਾਂ ਪਹੁੰਚੀਆਂ। ਦਿਨ ਬਰ ਦਿਨ ਖੁਦਾਈ ਹੁੰਦੀ ਹੈ। ਤਰਨ ਤਾਰਨ ਸਾਹਿਬ ਦਾ ਸੋਹਣਾ ਸਰੋਵਰ ਬਣਨਾ ਆਰੰਭ ਹੋ ਗਿਆ। ਇੱਟਾਂ ਦੇ ਆਵੇ ਸਿੱਖਾਂ ਨੇ ਲਾ ਦਿੱਤੇ। ਇੱਟਾਂ ਦੀ ਪਕਾਈ ਹੁੰਦੀ ਤੇ ਧੀਰੇ ਧੀਰੇ ਮਹਾਰਾਜ ਦੀ ਨਜ਼ਰਸਾਨੀ ਹੇਠ ਇਹ ਸਰੋਵਰ ਦੀ ਪੂਰਬ ਵਾਲੀ ਬਾਹੀ ਖਾਲਸਾ ਜੀ ਪੱਕੀ ਹੋ ਗਈ ਸੀ, ਜਿੱਥੋਂ ਤੀਕਰ ਆਪਾਂ ਕੱਲ ਕਥਾ ਸ਼ਰਵਣ ਕੀਤੀ ਪਿਛਲੇ ਦੀਵਾਨ ਵਿੱਚ। ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੈ। ਤੋ ਸਤਿਗੁਰਾਂ ਦੀ ਸੇਵਾ ਕਰਕੇ ਸੰਗਤਾਂ ਬੜਾ ਆਨੰਦ ਪ੍ਰਾਪਤ ਕਰਦੀਆਂ। ਮਨ ਦੇ ਫੁਰਨੇ ਝਾਟੀ ਪੂਰੇ ਹੁੰਦੇ ਐ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਾਹ ਬੈਸਣ ਪਾਈਐ। ਪਾਤਸ਼ਾਹ ਜੀ ਬੜੇ ਸੁੱਖ ਦੇ ਰਹੇ ਸਿੱਖਾਂ ਨੂੰ। ਚਾਰ ਪਦਾਰਥ ਧਰਮ ਅਰਥ ਕਾਮ ਮੋਖ, ਕਿਸੇ ਵਸਤੂ ਦੀ ਕਮੀ ਨਹੀਂ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਇਹੋ ਜਿਹੇ ਦੀਨ ਦਿਆਲ ਕਿਰਪਾਲੂ ਦਿਆਲੂ ਪਾਤਸ਼ਾਹ ਜੀਆਂ ਜਿਵੇਂ ਅੱਗੇ ਸਾਧ ਸੰਗਤ ਜੀ ਇਹਨਾਂ ਨਗਰਾਂ ਨੂੰ ਨਿਹਾਲ ਕੀਤਾ, ਤੇ ਕੁਝ ਉਸ ਸਮੇਂ ਦੇ ਹਾਕਮਾਂ ਨੇ ਇਹ ਸਰੋਵਰ ਰੋਕ ਦਿੱਤਾ ਸੀ। ਕਿਉਂਕਿ ਆਪਾਂ ਸੁਣਿਆ ਇਸੇ ਹੀ ਪ੍ਰਸੰਗ ਦੇ ਵਿੱਚ ਕਿ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ, ਬਾਬਾ ਜੀ ਇਸ ਪਾਵਨ ਮਹਾਨ ਤੀਰਥ ਸਥਾਨ ਦਾ ਟੱਕ ਲਾਈਏ, ਅਰਦਾਸਾ ਸੋਧੋ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਅਰਦਾਸ ਕਰਨ ਵਾਸਤੇ ਅਜੇ ਖਲੇ ਹੀ ਹੋਏ ਸਨ ਕਿ ਗੋਇੰਦਵਾਲ ਨਗਰ ਦਾ ਇੱਕ ਪ੍ਰਾਣੀ ਦੇਵੀ ਚੰਦ ਨਾਮ ਜਿਸ ਦਾ ਖੱਤਰੀ, ਉਹ ਮਹਾਰਾਜ ਦੇ ਦਰਸ਼ਨਾਂ ਨੂੰ ਆਇਆ ਸੀ। 1 ਰੁਪਈਆ ਜੇਬ ਚੋਂ ਕੱਢਿਆ ਤੇ ਸਿੱਖਾਂ ਤੋਂ ਪਨਵਾ ਕੇ 16 ਆਨੇ ਚੋਂ 8 ਆਨੇ ਜਿਹੜੇ ਆ, ਅੱਧਾ ਰੁਪਈਆ ਤਾਂ ਮਹਾਰਾਜ ਨੂੰ ਮੱਥਾ ਟੇਕ ਦਿੱਤਾ ਸੀ। ਅੱਧੀ ਕੁ ਮਾਇਆ ਜੇਬ ਵਿੱਚ ਪਾ ਲਈ। ਸੰਕੇਤ ਜਿਹਾ ਜਾਣ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੱਸ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ, ਬਾਬਾ ਜੀ ਤੁਹਾਨੂੰ ਕੀ ਲੱਗਦਾ ਹੈ ਵੀ ਸਥਾਨ ਦੀ ਸੇਵਾ ਕਾਰਜ ਪੂਰਾ ਹੋ ਜਾਵੇਗਾ ਭਲਾ? ਸਾਨੂੰ ਨਹੀਂ ਲੱਗਦਾ ਵੀ ਇਹ ਸਥਾਨ ਪੂਰਾ ਹੋਵੇਗਾ, ਵਿੱਚੇ ਰਹੇਗਾ ਇੱਕ ਵਾਰੀ। ਤਾਂ ਉਹ ਹੁਣ ਸਥਾਨ ਮਹਾਰਾਜ ਦਾ ਜਿਹੜਾ ਬਚਨ ਹੈ ਵੀ ਇੱਕ ਵਾਰੀ ਰੁਕੇਗਾ, ਸਥਾਨ ਪੂਰਾ ਨਹੀਂ ਹੋਵੇਗਾ, ਸੇਵਾ ਸੰਪੰਨ ਨਹੀਂ ਹੋਣੀ। ਉਹ ਬਚਨ ਮਹਾਰਾਜ ਨੇ ਕਲਾ ਜੀ ਵਰਤਾ ਕੇ ਜਿਵੇਂ ਆਪਦਾ ਆਪ ਹੀ ਪੂਰਾ ਕੀਤਾ। ਉਹ ਅੱਜ ਪ੍ਰਸੰਗ ਆ ਰਿਹਾ ਹੈ। ਚਿੱਤ ਬਿਰਤੀ ਇਕਾਗਰ ਕਰੋ ਜੀ। ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਹਿਰਦੇ ਵਸਾਈਏ। ਸਭ ਸੰਗਤ ਆਖੋ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿਨ ਦਿਨ ਪ੍ਰਤ ਤੀਰਥ ਬਨਤ। ਕਵੀ ਜੀ ਫਿਰ ਅੱਗੇ ਪ੍ਰਸੰਗ ਤੋਰਦੇ ਐ। ਬੜਾ ਮਹਾਨ ਕਾਰਜ ਚੱਲ ਰਿਹਾ ਹੈ, ਬੜੇ ਜ਼ੋਰਾਂ ਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ, ਮੁਲਤਾਨ ਬਲਖ ਬੁਖਾਰਾ, ਇਸ ਤੋਂ ਬਾਅਦ ਸਾਰੇ ਇਲਾਕੇ ਦੀਆਂ, ਸ਼ਿਕਾਰਪੁਰਾ, ਦੱਖਣ ਦੀਆਂ, ਪੂਰਬ ਦੀਆਂ, ਪੱਛਮ ਦੀਆਂ, ਉੱਤਰ ਦੀਆਂ ਸਭ ਸੰਗਤਾਂ ਆਣ ਕੇ ਸੇਵਾ ਕਰਦੀਆਂ। ਦਿਨ ਪ੍ਰਤ ਦਿਨ ਬੜਾ ਸੁੰਦਰ ਤੀਰਥ ਬਣ ਰਿਹਾ। ਕੱਚਾ ਸਰੋਵਰ ਪੱਟ ਦਿੱਤਾ ਸੀ, ਸਾਲ ਕੁ ਲੱਗਿਆ ਸੀ। ਤੋ ਇਸ ਤਰ੍ਹਾਂ ਬੜਾ ਸੁੰਦਰ ਕਾਰਜ ਚੱਲ ਰਿਹਾ ਹੈ। ਸਤਿਗੁਰ ਕਰਹਿ ਤਗੀਦ। ਤੇ ਜਿਹੜੀ ਨਿਸ਼ਾਨਦੇਹੀ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਰਦੇ ਆ ਵੀ ਇਸ ਤੋਂ ਇੱਧਰਾਂ ਇਸ ਤਰ੍ਹਾਂ ਕਾਰਜ ਕਰਨਾ ਹੈ, ਇੱਥੋਂ ਇੰਨਾ ਡੂੰਘਾ ਪੱਟਿਆ ਜਾਵੇ। ਉਹ ਸਾਰੀ ਜਿਹੜੀ ਨਿਸ਼ਾਨਦੇਹੀ ਹੈ, ਹੁਕਮ ਹੈ, ਉਹ ਪਾਤਸ਼ਾਹ ਜੀ ਦਾ ਹੋ ਰਿਹਾ ਹੈ। ਆਪ ਆਪਣੇ ਕਾਜ ਕਰ। ਜਿਹੜੇ ਕੋਈ ਮਜ਼ਦੂਰ ਹੈ, ਕੋਈ ਸੰਗਤਾਂ ਹਨ, ਸਿੱਖ ਪਿਆਰੇ ਸੇਵਕ, ਆਪੋ ਆਪਣੀ ਜਿੰਨੀ ਕੁ ਸੇਵਾ ਬਲ ਪੈਂਦਾ ਹੈ ਕਰ ਕਰਕੇ ਸੰਧਿਆ ਹੋਤ ਰਸੀਦ। ਤੇ ਸੰਧਿਆ ਸਮੇਂ ਲਾਗੇ ਦੇ ਆਪਣੇ ਘਰਾਂ ਨੂੰ ਚਲੇ ਜਾਂਦੇ ਹੈ। ਮਹਾਰਾਜ ਦੀ ਆਗਿਆ ਲੈ ਕੇ ਮਜ਼ਦੂਰ ਜਿਹੜੇ ਹੈ ਪਾਤਸ਼ਾਹ ਤੋਂ ਰਸੀਦ ਕਈ ਵਸੂਲੀ, ਕਿਉਂਕਿ 2 ਕੁ
ਰੁਪਈਏ ਟਕੇ ਉਦੋਂ ਦਿਹਾੜੀ ਚੱਲਦੀ ਸੀ, ਪਾਤਸ਼ਾਹ ਦੇ ਪਾਸੋਂ ਸ਼ਾਮ ਨੂੰ ਹੀ ਲੈ ਲੈਂਦੇ ਸਨ, ਕਿਉਂਕਿ ਗਰੀਬ ਪਰਿਵਾਰ ਸਨ, ਜੋ ਕਮਾਉਣਾ ਉਹੀ ਖਾਣਾ। ਅਤੇ ਇਸ ਤਰ੍ਹਾਂ ਪਾਤਸ਼ਾਹ ਦੇ ਪਾਸੋਂ ਸ਼ਾਮ ਨੂੰ ਜਿਹੜਾ ਹੈ ਕੰਮ ਦੀ ਮਿਹਨਤ ਲੈ ਲੈਂਦੇ ਹੈ। ਜਿਹੜੇ ਸਿੱਖ ਸਨ ਉਹ ਮਹਾਰਾਜ ਦੀ ਖੁਸ਼ੀ ਲੈ ਕੇ ਲਾਗੇ ਦੇ ਘਰ ਨੂੰ ਚਲੇ ਜਾਂਦੇ। ਦੂਰ ਦੀ ਸੰਗਤ ਤੰਬੂਆਂ ਵਿੱਚ ਠਹਿਰ ਜਾਂਦੀ ਹੈ। ਚੌਪਈ ਨਿਤ ਪ੍ਰਤ ਸਤਿਗੁਰ ਸੁਧ ਸਭ ਲਹੈ। ਤੇ ਦਿਨ ਬਰ ਦਿਨ ਸੱਚੇ ਪਾਤਸ਼ਾਹ ਜੀ ਸਾਰੇ ਸਿੱਖਾਂ ਦੀ ਖਬਰ ਸਾਰ ਲੈਂਦੇ ਹੈ, ਕੌਣ ਕਿੰਨੀ ਸੇਵਾ ਕਰਦਾ ਹੈ ਤੇ ਕਿੱਧਰੋਂ ਕਿੰਨਾ ਕੰਮ ਪਹਿਲਾਂ ਨਿਬੜੇਗਾ, ਸਾਰੀ ਨਜ਼ਰਸਾਨੀ ਪਾਤਸ਼ਾਹ ਜੀ ਕਰ ਰਹੇ ਹੈ। ਕਰਹਾ ਭਲੇ ਤੂਰਨ ਤਿਨ ਕਹੈ। ਤੇ ਸੰਗਤਾਂ ਨੂੰ ਮਹਾਰਾਜ ਤੇ ਕਾਰੀਗਰਾਂ ਮਿਸਤਰੀਆਂ ਨੂੰ ਕਹਿੰਦੇ ਆ, ਭਾਈ ਵੀ ਛੇਤੀ ਤੋਂ ਛੇਤੀ ਇਹ ਕਾਰਜ ਪੂਰਾ ਕਰਨਾ ਹੈ। ਈਂਟਨ ਕੇ ਸਮੁਦਾਇ ਪਜਾਵੈ। ਬੜੇ ਇੱਟਾਂ ਦੇ ਜਿਹੜੇ ਆਵੇ ਹੈ ਉਹ ਲੱਗ ਰਹੇ ਹੈ, ਇੱਟਾਂ ਪੱਕ ਰਹੀਆਂ ਹਨ। ਬਹੁ ਨਰ ਲਾਗੇ ਤਨਹਿ ਪਕਾਵੈ। ਬੜੇ ਸਿੱਖ ਇੱਟਾਂ ਕੱਚੀਆਂ ਪਾਉਣ ਤੇ ਫਿਰ ਉਹਨਾਂ ਨੂੰ ਢੋਆ ਢਵਾਈ ਕਰਨੀ, ਸੁਕਾ ਕੇ ਫਿਰ ਪੱਕੀਆਂ ਕਰਨੀਆਂ, ਆਵਿਆਂ ਵਿੱਚ ਪਾਉਣੀਆਂ, ਗੂਣੇ ਪਾਉਣੇ, ਇਸ ਤਰ੍ਹਾਂ ਦੀ ਸੇਵਾ ਵਿੱਚ ਲੱਗੇ ਹਨ। ਤਹਾਂ ਨੂਰ ਦੀ ਤੁਰਕ ਹੰਕਾਰੀ। ਤੇ ਇੱਥੇ ਇੱਕ ਨੂਰਦੀਨ ਨਾਮ ਦਾ ਤੁਰਕ ਰਹਿੰਦਾ ਸੀ, ਜਿੱਥੇ ਹੁਣ ਵੀ ਸਾਧ ਸੰਗਤ ਜੀ ਨੂਰਦੀਨ ਦੀ ਸਰਾਂ ਹੈ ਨਾ ਪਿੰਡ, ਇੱਥੋਂ ਦਾ ਇੱਕ ਨੂਰਦੀਨ ਨਾਮ ਦਾ ਬੜਾ ਤੁਰਕ ਸੀ, ਹੰਕਾਰੀ ਬਹੁਤ ਸੀ, ਰੱਬ ਨੂੰ ਜਿਸ ਨੇ ਭੁਲਾਇਆ ਹੋਇਆ ਹੈ। ਸਿਫਤੀ ਪਰਵਿਦਗਾਰ ਵਿਸਾਰੀ। ਉਹ ਪਰਵਦਗਾਰ ਪਰਮੇਸ਼ਰ ਵਾਹਿਗੁਰੂ ਅੱਲਾ ਨੂੰ ਭੁੱਲਿਆ ਹੋਇਆ, ਕਿਉਂਕਿ ਹੰਕਾਰੀ ਦੇ ਮਨ ਵਿੱਚ ਪਰਮੇਸ਼ਰ ਨਹੀਂ। ਜਿੱਥੇ ਮੈਂ ਹੈ ਉੱਥੇ ਤੂੰ ਨਹੀਂ, ਜਿੱਥੇ ਤੂੰ ਹੈ ਉੱਥੇ ਮੈਂ ਨਹੀਂ। ਤੋ ਇਹ ਮੈਂ ਵਾਲਾ ਇਹਦੇ ਵਿੱਚ ਤੂੰ ਹੈ ਨਹੀਂ, ਭਾਵ ਪਰਮੇਸ਼ਰ ਇਹਨੇ ਮਨ ਦੇ ਵਿੱਚੋਂ ਭੁਲਾਇਆ ਹੋਇਆ ਹੈ। ਹੁਤੋ ਤਹਾਂ ਤੇ ਕੋਸ ਅਢਾਈ। ਤੇ ਤਰਨਤਾਰ ਸਾਹਿਬ ਤੋਂ 2.5 ਕੋਹ ਇਹਦਾ ਆਪਣਾ ਘਰ ਸੀ। 2.5 ਕੋਹ ਨੂਰਦੀਨ ਜਿਹੜਾ ਹੈ ਇਹ ਰਹਿੰਦਾ ਹੈ। ਚਿਨਵਾਵਤ ਸੋ ਆਪਣ ਸਰਾਈ। ਜਿਹੜਾ ਬਾਦਸ਼ਾਹ ਹੈ ਨਾ ਜਹਾਂਗੀਰ, ਇਹਦਾ ਹੁਕਮ ਹੋਇਆ ਸੀ ਉਹਨਾਂ ਹੀ ਸਮਿਆਂ 'ਚ ਜਦੋਂ ਤਰਨਤਾਰਨ ਸਾਹਿਬ ਬਣ ਰਿਹਾ ਸੀ। ਪੰਜਾਬ ਦੇ ਜਾਂ ਭਾਰਤ ਦੇ ਸਾਰੇ ਹਾਕਮਾਂ ਚੌਧਰੀਆਂ ਨੂੰ ਵੀ ਤੁਸੀਂ ਲਾਗੇ ਲਾਗੇ ਪਿੰਡਾਂ ਵਿੱਚ ਸਰਾਵਾਂ ਬਣਵਾਓ। ਸਰਾਂ ਹੁੰਦੀ ਸੀ ਵੀ ਕੋਈ ਰਾਹੀ ਪਾਂਦੀ, ਜਿਵੇਂ ਜਿਹੜੇ ਮੇਨ ਰੋਡ ਸਨ ਨਾ ਸਾਧ ਸੰਗਤ ਜੀ ਉਹਨਾਂ ਸਮਿਆਂ ਦੇ, ਜਿਵੇਂ ਦਿੱਲੀੋਂ ਲਾਹੌਰ ਨੂੰ ਜਾਣ ਵਾਲਾ ਕੋਈ ਰਸਤਾ ਹੈ, ਕੋਈ ਖਾਸ ਰਸਤੇ ਸਨ ਜਿਹੜੇ, ਉਹਨਾਂ ਦੇ ਉੱਪਰ ਸਰਾਵਾਂ ਬਣਾਈਆਂ ਜਾਂਦੀਆਂ ਸੀ। ਕੁਝ ਕੋਹ 'ਤੇ ਵੀ ਜਿਹੜੇ ਰਾਹੀ ਪਾਂਦੀ ਰਹਿ ਲੈਣ, ਅਤੇ ਰਸੋਈ ਉਹਦੇ ਵਿੱਚ ਰੱਖੇ ਹੁੰਦੇ ਸਨ। ਪ੍ਰਸ਼ਾਦਾ ਪਾਣੀ ਜਿਹੜਾ ਥੋੜ੍ਹਾ ਬਹੁਤਾ ਪ੍ਰਬੰਧ ਹੁੰਦਾ ਸੀ ਉੱਥੇ, ਚਾਹੇ ਰਸਤ ਲੈ ਕੇ ਕੋਈ ਪਕਾ ਲਵੇ, ਅਤੇ ਨਹੀਂ ਤਾਂ 1-2 ਦਿਨ ਦਾ ਖਾਣਾ ਮੁਫਤ ਦਿੱਤਾ ਜਾਂਦਾ ਸੀ, ਉਹਦਾ ਕੁਝ ਨਹੀਂ ਲਿਆ ਜਾਂਦਾ ਸੀ। ਉਸ ਤੋਂ ਬਾਅਦ ਮਾਇਆ ਲਈ ਜਾਂਦੀ ਸੀ। 1-2 ਰਾਤਾਂ ਠਹਿਰਨ ਵਾਸਤੇ ਸਰਾਵਾਂ ਬਣਾਈਆਂ ਜਾਂਦੀਆਂ ਸੀ ਵੱਡਿਆਂ ਰਾਹਾਂ 'ਤੇ। ਤੋ ਜਹਾਂਗੀਰ ਦਾ ਹੁਕਮ ਹੋਇਆ ਵੀ ਸਾਰੇ ਸਰਾਵਾਂ ਬਣਵਾਓ। ਇਹਨੂੰ ਵੀ ਹੁਕਮ ਪਹੁੰਚਿਆ ਨੂਰਦੀਨ ਨੂੰ। ਇਸ ਨੂਰਦੀਨ ਤੁਰਕ ਨੇ ਵੀ ਆਪਣੇ ਪਿੰਡ ਵਿੱਚ ਸਰਾਂ ਰੋਡ ਵੱਡੇ ਦੇ ਕਹਿ ਲਓ, ਜਾਂ ਜਿਵੇਂ ਹੁਣ ਵੱਡੇ ਰਾਹ 'ਤੇ ਚਿਨਵਾਉਣੀ ਸ਼ੁਰੂ ਕੀਤੀ ਹੋਈ ਹੈ। ਰਹਿਤੋ ਹੁਤੋ ਦਿੱਲੀ ਸੁਰਤੀਰ। ਤੇ ਬੜਾ ਨਾਮ ਸੀ ਇਹਦਾ ਨੂਰਦੀਨ ਦਾ। ਜਹਾਂਗੀਰ ਬਾਦਸ਼ਾਹ ਦੇ ਬੜਾ ਨੇੜੇ ਸੀ, ਉਹਦੇ ਨਾਲ ਰਹਿੰਦਾ ਹੈ। ਜਾਂ ਤੇ ਗਰਬਤ ਮੂਢ ਅਧੀਰ। ਤੇ ਧੀਰਜ ਤੋਂ ਰਹਿਤ ਸੀ, ਜਿਸ ਕਰਕੇ ਹੰਕਾਰਿਆ ਫਿਰਦਾ ਸੀ ਮੂਰਖੇ, ਕਿਉਂਕਿ ਜਿਹਦੀ ਕਿਸੇ ਵੱਡੇ ਲੀਡਰ ਨਾਲ ਥੋੜ੍ਹੀ ਜਿਹੀ ਬਣਦੀ ਹੈ ਉਹ ਰੱਬ ਨੂੰ ਭੁਲਾ ਦਿੰਦਾ ਅਤੇ ਫਿਰ ਆਪਦਾ ਆਪ ਜਣਾਉਂਦਾ ਹੈ, ਹੰਕਾਰੀ ਹੋਇਆ ਫਿਰਦਾ। ਇਹਦੀ ਜਹਾਂਗੀਰ ਨਾਲ ਬਣਦੀ ਸੀ ਬਹੁਤੀ, ਜਿਸ ਕਰਕੇ ਬੜਾ ਹੰਕਾਰਿਆ ਹੈ ਪਿੰਡ ਦੇ ਵਿੱਚ, ਆਪਣੇ ਨਗਰਾਂ ਦੇ ਵਿੱਚ। ਤਿਸ ਕੇ ਚਿਨਤ ਈਂਟ ਥੁਰ ਗਈ। ਇਹ ਚਲਾ ਰਿਹਾ ਸਰਾਂ ਬਹੁਤ ਵੱਡੀ, ਸਰਾਏ ਬਣਾਉਂਦਿਆਂ ਤੇ ਇੱਟਾਂ ਘਟ ਗਈਆਂ ਹਨ। ਕਿਤ ਤੇ ਹੱਥ ਨ ਆਵਤ ਭਈ। ਤੇ ਜਿਵੇਂ ਬਾਰਿਸ਼ਾਂ ਦਾ ਸਮਾਂ ਆ ਗਿਆ ਸੀ ਤੇ ਹੋਰ ਆਵੇ ਪੱਕੇ ਨਾ, ਕਿਤੇ ਵੀ ਇੱਟ ਹੱਥ ਨਹੀਂ ਆਈ। ਲੱਭਦਾ ਫਿਰਦਾ ਹੈ ਪਰ ਇਹਨੂੰ ਕਿਤੋਂ ਪੱਕੀ ਇੱਟ ਨਹੀਂ ਮਿਲਦੀ ਹੈ। ਅਟਕ ਰਹੀ ਤਿਸ ਕਾਰ ਉਸਾਰੀ। ਤੇ ਜਿਹੜੀ ਸਰਾਹ ਬਣ ਰਹੀ ਆ ਵਿੱਚ ਹੀ ਰੁਕ ਗਈ ਹੈ, ਇੱਕ ਵਾਰੀ ਇੱਟਾਂ ਨਾ ਹੋਣ ਕਰਕੇ। ਖੋਜ ਰਹੇ ਨਹਿ ਨਿਕਟ ਨਿਹਾਰੀ। ਬੜੇ ਨਿਆਵ ਦੇ ਮਨੁੱਖ ਭੇਜੇ,
ਕਿਤੋਂ ਲੱਭਦੇ ਐ ਪਰ ਲਾਗੇ ਤਾਗੇ ਕਿਤੋਂ ਵੀ ਇੱਟ ਨਹੀਂ ਮਿਲਦੀ ਹੈ। ਤਬ ਕਿਸਹੂ ਨੇ ਤਿਹ ਸੋ ਕਹਿਓ, ਤੇ ਕਿਸੇ ਤੁਰਨ ਫਿਰਨ ਵਾਲੇ ਬੰਦੇ ਮਨੁੱਖ ਨੇ ਇਸ ਨੂਰਦੀਨ ਨੂੰ ਆਖਿਆ ਹੈ ਸੁਨਹਾ ਕਾਜ ਮੈਂ ਤੁਮਰੋ ਲਹਿਓ। ਕਿ ਇਹ ਨੂਰਦੀਨ ਹਾਕਮ ਮਹਾਰਾਜ, ਮੈਂ ਜਾਣਿਆ ਵੀ ਤੁਸੀਂ ਸਰਾਂ ਬਣਾ ਰਹੇ ਹੋ। ਸਰਾਂ ਤੁਹਾਡੀ ਇੱਟਾਂ ਨਾ ਹੋਣ ਕਰਕੇ ਵਿੱਚੇ ਰੁਕ ਗਈ ਹੈ। ਸ਼੍ਰੀ ਗੁਰੂ ਰਾਮਦਾਸ ਕੇ ਨੰਦ, ਤੇ ਸੁਣਿਆ ਤੁਸੀਂ ਇੱਟਾਂ ਲੱਭ ਰਹੇ ਹੋ, ਇੱਟ ਤੁਹਾਨੂੰ ਮਿਲੀ ਨਹੀਂ। ਜੇ ਇੱਟ ਲੈਣੀ ਹੈ ਤੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਜਿਹੜੇ ਸਾਹਿਬਜ਼ਾਦੇ ਧੰਨ ਗੁਰੂ ਅਰਜਨ ਦੇਵ ਹਨ, ਕਰਵਾਵਤ ਹੈ ਤਾਲ ਬਿਲੰਦ। ਤੇ ਤੁਹਾਡੇ ਇੱਥੇ ਲਾਗੇ ਹੀ 2.5 ਕੁ ਕੋਹ ਤੇ ਬੜਾ ਵੱਡਾ ਸਰੋਵਰ ਬਣਵਾ ਰਹੇ ਹੈ। ਕੱਚਾ ਪੁੱਟਿਆ ਗਿਆ, ਇੱਟ ਪੱਕੀ ਹੋਈ ਹੈ ਤੇ ਕੁਝ ਕੁ ਪੱਕਾ ਹੋਇਆ ਅਜੇ। ਉਹਨਾਂ ਦੇ ਪਾਸ ਬਹੁਤ ਇੱਟ ਜੁੜ ਰਹੀ ਹੈ। ਤਿਨ ਕੇ ਆਵੇ ਭਏ ਤਿਆਰ, ਤੇ ਇੱਟ ਪਈ ਹੋਈ ਹੈ, ਆਵਿਆਂ 'ਚ ਪੱਕੀ ਹੋਈ ਹੈ। ਆਵੇ ਬਿਲਕੁਲ ਤਿਆਰ ਪੱਕ ਕੇ ਹੋ ਰਹੇ ਹਨ। ਵੱਡੀ ਈਂਟ ਕਾ ਪਾਕੀ ਸਾਰ, ਹਾਂ, ਇੱਕ ਸਾਰ ਸੋਹਣੀਆਂ ਲਾਲ ਸੁਰਖ ਪੱਕੀਆਂ ਇੱਟਾਂ ਇਹਨਾਂ ਦੇ ਪੱਕ ਚੁੱਕੀਆਂ। ਆਵੇ ਐਨ ਤਿਆਰ ਬਰ ਤਿਆਰ ਹਨ। ਸੇ ਅਨਵਾਏ ਲਿਹੋ ਇਸ ਥਾਨ, ਤੇ ਮੇਰੀ ਸਲਾਹ ਮੰਨੋ ਤੇ ਉਹ ਇੱਟਾਂ ਜਿਹੜੀਆਂ ਇਹ ਸਰੋਵਰ ਬਣਾ ਰਹੇ ਅਰਜੁਨ ਦੇਵ ਸਾਹਿਬ ਜੀ, ਉਹ ਸਾਰੀ ਇੱਟ ਚੁਕਵਾ ਕੇ ਤੁਸੀਂ ਇੱਥੇ ਮੰਗਵਾ ਲਵੋ। ਸਰੈ ਕਾਰ ਤੁਮਰੋ ਹਿਤ ਠਾਨ, ਤੇ ਮੈਂ ਬੜਾ ਪ੍ਰੇਮ ਕਰਕੇ ਤੁਹਾਨੂੰ ਜਾਣਕਾਰੀ ਦਿੱਤੀ ਹੈ। ਉਹ ਇੱਟਾਂ ਮੰਗਵਾ ਲਓ ਤਾਂ ਕਿ ਤੁਹਾਡਾ ਸਾਰਾ ਕਾਰਜ ਪੂਰਾ ਹੋ ਜਾਵੇ। ਤੁਹਾਡੀ ਬਣ ਰਹੀ ਸਰਾਂ ਜਿਹੜੀ ਰੁਕ ਗਈ ਹੈ, ਇੱਟਾਂ ਨਾਲ ਪੂਰੀ ਹੋ ਜਾਵੇਗੀ। ਅਪਰ ਨਿਕਟ ਦ੍ਰਿਸ਼ਟੀ ਨਹਿ ਆਵੈ, ਤੇ ਹੋਰ ਜੇ ਤੁਸੀਂ ਆਖੋ ਇੱਟਾਂ ਕਿਤੋਂ ਲੱਭ ਜਾਣਗੀਆਂ, ਕਿਸੇ ਪਾਸੋਂ ਇੱਟ ਨਹੀਂ ਪ੍ਰਾਪਤ ਹੋਵੇਗੀ। ਦੂਰ ਹੋਹੇ ਤਾ ਕੌਣ ਸੁਲਿਆਵੈ, ਤੇ ਜੇ ਬਾਹਲੇ ਦੂਰੋਂ ਮਿਲ ਵੀ ਗਈਆਂ, ਢੋਆ ਢਵਾਈ ਪੈ ਜਾਣੀ। ਤੁਹਾਡੇ ਤਾਂ ਬੂਹੇ ਅੱਗੇ 2.5 ਕੋ ਬਹੁਤ ਇੱਟਾਂ ਦਾ ਖਜ਼ਾਨਾ ਬੜੇ ਵੱਡੇ ਆਵੇ ਪੱਕ ਰਹੇ ਹੈ। ਬੇਸ਼ੁਮਾਰ ਇੱਟ ਪੱਕੀ ਹੋਈ ਹੈ ਗੁਰੂ ਦੇ ਘਰ। ਦੂਰੋਂ ਲੱਭੋਗੇ ਮਿਲ ਵੀ ਜਾਵੇਗੀ, ਪਰ ਢੋਆ ਢਵਾਈ ਬਹੁਤ ਪੈ ਜਾਵੇਗੀ। ਕਿਵੇਂ ਢੋਵਾਂਗੇ, ਕਿਵੇਂ ਲਿਆਵਾਂਗੇ? ਖੋਜਾ ਨੂਰ ਦੀਨ ਸੁਨ ਰਹਿਓ, ਇਹ ਖੋਜਾ ਜਾਤ ਸੀ ਇਹਦੀ। ਨੂਰਦੀਨ ਖੋਜਾ ਇਹਦੀ ਗੱਲ ਜਿਹੜਾ ਜਿਹਨੇ ਜਾਣਕਾਰੀ ਦਿੱਤੀ ਹੈ ਸੁਣ ਰਿਹਾ ਹੈ। ਨਹੀਂ ਬਾਕ ਲਿਆਵਣ ਤਬ ਕਹਿਓ, ਪਰ ਬੋਲਿਆ ਕੁਝ ਨਾ, ਤੇ ਨਾ ਹੀ ਇਹਨੇ ਆਖਿਆ ਵੀ ਕੋਈ ਗੱਲ ਨਹੀਂ ਲੈ ਆਓ ਇੱਟਾਂ ਮੰਗਵਾ ਲਓ। ਇੱਕ ਵਾਰੀ ਚੁੱਪ ਕਰ ਗਿਆ ਹੈ। ਫੁਤੋ ਅਮਾਨਤ ਖਾਨ ਪਠਾਨ, ਤੇ ਤਰਨ ਤਾਰਨ ਸਾਹਿਬ ਦੇ ਇੱਕ ਦੂਜੇ ਪਾਸੇ ਲਾਗੇ ਹੀ ਅਮਾਨਤ ਖਾਨ ਨਾਮ ਦਾ ਵੱਡਾ ਪਠਾਨ ਹੈ। ਸੋ ਪੀਚ ਨਵਾਵਤ ਇੱਕ ਥਾਨ, ਤੇ ਉਹਨੂੰ ਵੀ ਆਗਿਆ ਹੋਈ ਹੈ ਜਹਾਂਗੀਰ ਦੀ ਵੀ ਤੂੰ ਵੀ ਸਰਾਂ ਬਣਾ ਆਪਦੇ ਨਾਂ ਦੀ। ਇੱਧਰ ਇਹ ਅਮਾਨਤ ਖਾਨ ਵੀ ਜਿਹੜੀ ਵੈ ਸਰਾਂ ਬਣਾਉਣ ਦੀ ਸਲਾਹ ਕਰ ਰਿਹਾ ਹੈ। ਫੁਤੋ ਤਰਨ ਤਾਰਨ ਜੀ ਨੇਰੇ, ਇਹ ਵੀ ਤਰਨ ਤਾਰਨ ਸਾਹਿਬ ਦੇ ਲਾਗੇ ਹੀ ਇਸ ਦਾ ਪਿੰਡ ਹੈ ਜਿੱਥੇ ਸਰਾਂ ਇਸਨੇ ਬਣਵਾਉਣੀ ਹੈ। ਚਹਤ ਈਂਟ ਕਾ ਚਿੰਨ ਕਨੇਰੇ, ਤੇ ਸਰਾਂ ਬਣਾਉਣ ਵਾਸਤੇ ਵੀ ਇੱਟ ਲੱਭਦਾ ਫਿਰਦਾ, ਇੱਟਾਂ ਦੀ ਇੱਛਾ ਰੱਖਦਾ। ਫਿਰ ਮੈਂ ਸਰਾਂ ਆਰੰਭ ਕਰ ਲਵਾਂ, ਕਾਫੀ ਇੱਟ ਜੋੜ ਲਈ ਜਾਵੇ। ਗ੍ਰਾਮ ਨੁਰੰਗਾਬਾਦ ਮਝਾਰ, ਸਾਧ ਸੰਗਤ ਜੀ, ਇਸੇ ਤਰ੍ਹਾਂ ਜਿਹੜਾ ਹੈ ਨੁਰੰਗਾਬਾਦ ਜਿਹੜਾ ਪਿੰਡ ਹੈ, ਹੁਣ ਵੀ ਨੁਰੰਗਾਬਾਦ ਹੀ ਨਾਮ ਉਹਦਾ, ਜਿੱਥੋਂ ਦੇ ਬਾਬਾ ਵੀਰ ਸਿੰਘ ਜੀ ਹੋਏ ਹੈ। ਤੋ ਨੁਰੰਗਾਬਾਦ ਪਿੰਡ ਦੇ ਵਿੱਚ ਇਸੇ ਤਰ੍ਹਾਂ ਰਾਹਕ ਬਸਤਤ ਨਾੜ ਉਦਾਰ, ਇੱਕ ਬਹੁਤ ਧਨ ਵਾਲਾ ਜਗੀਰਦਾਰ ਰਹਿੰਦਾ ਹੈ ਜਿਸ ਦਾ ਪਿੰਡ ਨੁਰੰਗਾਬਾਦ ਹੈ। ਤਿਸ ਕੋ ਬੂਝਨ ਕੀਨ ਪਠਾਨ, ਤੇ ਅਮਾਨਤ ਖਾਨ ਪਠਾਨ ਨੇ ਇਹ ਨੁਰੰਗਾਬਾਦੀ ਜ਼ਿਮੀਂਦਾਰ ਨੂੰ ਆਪਦੇ ਕੋਲ ਸੱਦਿਆ। ਸੱਦ ਕੇ ਪੁੱਛਣ ਲੱਗਾ ਇੱਟਾਂ ਬਾਬਤ। ਕਿਤ ਤੇ ਆਏ ਈਂਟ ਕਾ ਪਾਨ, ਕਹਿੰਦਾ ਹੈ ਵੀ ਇਹ ਜ਼ਿਮੀਂਦਾਰ ਤੂੰ ਤੁਰਿਆ ਫਿਰਿਆ ਬਾਹਰ ਜਾਣਾ ਆਉਣਾ ਤੇ ਅਸੀਂ ਸਰਾਂ ਬਣਾਉਣੀ, ਇੱਟ ਨਹੀਂ ਲੱਭ ਰਹੀ। ਦੱਸ ਭਲਾ ਵੀ ਇੱਟਾਂ ਭਲਾ ਕਿੱਥੋਂ ਹੱਥ ਵਿੱਚ ਆਉਣਗੀਆਂ? ਮੈਂ ਸਰਾਏ ਅਬਲਾਗ ਬਨਾਵਨ, ਕਿਉਂਕਿ ਮੈਂ ਹੁਣ ਸਰਾਂ ਜਿਹੜੀ ਵੈ ਸ਼ੁਰੂ ਕਰ ਦੇਣੀ ਬਣਵਾਉਣ ਵਾਸਤੇ। ਪਾਤਸ਼ਾਹ ਕੀਨਸ ਫੁਰਮਾਨ, ਕਿਉਂਕਿ ਸਾਨੂੰ ਸਾਰਿਆਂ ਹਾਕਮਾਂ ਨੂੰ ਪੰਜਾਬ ਦੇ ਵਿੱਚ ਜਹਾਂਗੀਰ ਬਾਦਸ਼ਾਹ ਦਾ ਹੁਕਮ ਹੋਇਆ ਹੈ। ਸਭ ਉਮਰਾਵਣ ਕਹੋ ਦਿਯ ਥਾਨ, ਤੇ ਸਾਨੂੰ ਸਾਰਿਆਂ ਨੂੰ ਇਹਨੇ ਜਹਾਂਗੀਰ ਬਾਦਸ਼ਾਹ ਨੇ ਜਗ੍ਹਾ ਵੀ ਜਿਹੜੀ ਲਿਖ ਦਿੱਤੀ ਆ ਵੀ ਇੱਥੇ ਇੱਥੇ ਸਰਾਵਾਂ ਬਣਾਉਣੀਆਂ ਹਨ।
ਹਰੇਕ ਜਣੇ ਨੂੰ ਇੱਕ ਇੱਕ ਸਰਾਂ ਬਣਾਉਣ ਵਾਸਤੇ ਥਾਂ ਵੀ ਮੁਕਰਰ ਕਰ ਦਿੱਤੀ ਹੈ। ਨਿਜ ਨਾਮਨ ਪਰ ਕਰਹਿ ਮਕਾਨ। ਬਾਦਸ਼ਾਹ ਨੇ ਆਖਿਆ ਆਪੋ ਆਪਣੇ ਨਾਵਾਂ ਦੇ ਉੱਪਰ, ਜਿਵੇਂ ਉਹ ਨੂਰਦੀਨ ਅਜੇ ਵੀ ਪਿੰਡ ਦਾ ਨਾਮ ਹੈ ਨਾ, ਨੂਰਦੀਨ ਦੀ ਸਰਾਏ, ਤੋ ਇਸ ਤਰ੍ਹਾਂ ਜਿਹੜਾ ਹੈ ਆਪੋ ਆਪਣੇ ਨਾਵਾਂ ਦੇ ਨਾਮ ਤੇ ਸਰਾਵਾਂ ਤਿਆਰ ਕਰ ਲਵੋ ਜੀ। ਨੂਰ ਦੀਨ ਖੋਜੇ ਟਿਗ ਜਾਏ। ਤੇ ਤੂੰ ਇਸ ਤਰ੍ਹਾਂ ਕਰ, ਜੇ ਤੈਨੂੰ ਨਹੀਂ ਨਾ ਪਤਾ ਇੱਟਾਂ ਕਿੱਥੇ ਹੈ, ਤੇ ਤੂੰ ਨੂਰਦੀਨ ਖੋਜਾ, ਜਿਹੜਾ ਨੂਰਦੀਨ ਪਿੰਡ ਹੁਣ ਰਹਿਣ ਵਾਲਾ, ਇਸ ਨੂਰਦੀਨ ਦੇ ਪਾਸ ਜਾ ਕਰਕੇ ਦੇਹ ਈਂਟ ਕੈ ਦੇਹ ਬਤਾਏ। ਉਹ ਬਣਵਾ ਰਿਹਾ ਸਰਾਂ, ਉਹਨੂੰ ਪਤਾ ਹੋ ਇੱਟਾਂ ਕਿੱਥੋਂ ਲੈ ਕੇ ਆਇਆ। ਉਹਨੂੰ ਆਖ ਵੀ ਜਾਂ ਤਾਂ ਇੱਟ ਦੇ ਸਾਨੂੰ ਕਿਤੋਂ ਲੈ ਕੇ, ਨਹੀਂ ਤਾਂ ਜਿੱਥੋਂ ਇੱਟਾਂ ਤੂੰ ਲਈਆਂ ਨੇ ਉਸ ਜਗ੍ਹਾ ਦਾ ਨਾਮ ਦੱਸ ਦੇ, ਪਤਾ ਦੇ ਦੇ ਤੂੰ। ਸੁਨਤ ਚੌਧਰੀ ਕਰ ਅਹਿਲਾਦ। ਤੇ ਸੁਣ ਕੇ ਚੌਧਰੀ ਜਿਹੜਾ ਨਰੰਗਾਬਾਦੀ ਹੈ ਬੜਾ ਖੁਸ਼ ਹੁੰਦਾ ਹੋਇਆ। ਗ੍ਰਾਮ ਜੋ ਬਸੈ ਨੁਰੰਗਾਬਾਦ। ਜਿਹੜਾ ਨੁਰੰਗਾਬਾਦ ਦੇ ਰਹਿਣ ਵਾਲਾ ਹੈ ਸੀ। ਇਸ ਕੈ ਆਏ ਈਂਟ ਕਾ ਹਾਥ। ਤੇ ਇਹ ਮਨ ਵਿੱਚ ਵਿਚਾਰ ਕਰਦਾ ਵੀ ਜੇ ਮੈਂ ਇੱਟਾਂ ਲੱਭ ਦੇਵਾਂ ਤੇ ਅਮਾਨਤ ਖਾਨ ਨੂੰ ਇੱਟਾਂ ਲੱਭ ਜਾਣ, ਮੈਂ ਲੈ ਦੇਵਾਂ। ਜੇ ਅਮਾਨਤ ਖਾਨ ਨੂੰ ਇੱਟ ਪ੍ਰਾਪਤ ਹੋ ਗਈ ਤਾਂ ਮੈਂ ਪੀ ਲਿਓ ਇੱਛਤ ਸਾਥ। ਤੇ ਮੈਂ ਵੀ ਆਪਦੀ ਹਵੇਲੀ ਵਾਸਤੇ ਵਿੱਚੋਂ ਕੋਈ 5 10 20 ਹਜ਼ਾਰ ਇੱਟ ਲੈ ਲਵਾਂਗਾ। ਜਿਵੇਂ ਆ ਹੁਣ ਨਹੀਂ ਸਰਕਾਰ ਤੋਂ ਜਦੋਂ ਕੰਮ ਕਰਾਉਂਦੇ ਤੇ ਵਿੱਚੋਂ ਕੱਢ ਕਢਾਈ ਲੈਂਦੇ ਆ ਨਾ ਇੰਨੇ ਕੁ, ਇਸ ਤਰ੍ਹਾਂ ਇਹਨੇ ਵੀ ਵਿਚਾਰ ਬਣਾਈ ਵੀ ਜੇ ਇੱਟ ਅਮਾਨਤ ਖਾਨ ਨੂੰ ਮੈਂ ਦਵਾ ਦਿੱਤੀ ਤੇ 5 10 ਹਜ਼ਾਰ ਇੱਟ ਵਿੱਚੋਂ ਮੰਗ ਕੇ ਮੈਂ ਵੀ ਆਪਦੀ ਹਵੇਲੀ ਬਣਾ ਲਵਾਂਗਾ। ਸੁਣ ਕੈ ਨੂਰਦੀਨ ਟਿਗ ਗਇਓ। ਸੁਣ ਕੇ ਨਾ ਹੁਕਮ ਇਹਦਾ ਅਮਾਨਤ ਖਾਨ ਦਾ, ਚੌਧਰੀ ਨਰੰਗਾਬਾਦੀ ਨੂਰਦੀਨ ਦੇ ਪਾਸ ਪਹੁੰਚਿਆ ਹੈ। ਜਹਾਂ ਸਰਾਏ ਚਿਨਾਬਤ ਭਇਓ। ਜਿੱਥੇ ਨੂਰਦੀਨ ਸਰਾਂ ਆਪਣੀ ਬਣਵਾ ਰਿਹਾ ਤੇ ਅੱਧੀ ਬਣ ਗਈ, ਇੱਟਾਂ ਖਤਮ ਹੋਣ ਕਰਕੇ ਅੱਧੀ ਵਿੱਚ ਰੁਕ ਰਹੀ ਹੈ। ਕਹੀ ਅਮਾਨਤ ਖਾਂ ਕੀ ਬਾਤ। ਤੇ ਅਮਾਨਤ ਖਾਨ ਦਾ ਸੁਨੇਹਾ ਨਰੰਗਾਬਾਦੀ ਚੌਧਰੀ ਨੇ ਇਸ ਨੂਰਦੀਨ ਨੂੰ ਦਿੱਤਾ ਹੈ। ਸੁਨ ਕੈ ਬੋਲਿਓ ਸਮ ਮੁਸਕਾਤ। ਤੇ ਹੱਸਦਾ ਹੋਇਆ ਨੂਰਦੀਨ ਖੋਜਾ ਬੋਲਿਆ ਹੈ। ਹਮਕੋ ਤੁਮ ਤੇ ਚਾਹੇ ਕਨੇਰੀ। ਤੇ ਉਹ ਨੂਰਦੀਨ ਹੱਸ ਕੇ ਕਹਿੰਦਾ ਵੀ ਮੇਰੀ ਤਾਂ ਹਵੇਲੀ ਸਰਾਂ ਵਿੱਚ ਰੁਕੀ ਹੋਈ ਹੈ, ਤੂੰ ਇੱਟਾਂ ਤੁਸੀਂ ਸ਼ੁਰੂ ਕਰਨੀ ਹੈ, ਜੇ ਸਾਨੂੰ ਤੇਰੇ ਤੋਂ ਵੀ ਜ਼ਿਆਦਾ ਇੱਟ ਚਾਹੀਦੀ ਹੈ। ਤੁਹਾਡਾ ਤਾਂ ਸ਼ੁਰੂ ਕਰਨ ਵਾਲਾ ਕੰਮ ਹੈ, ਸਾਡਾ ਕੰਮ ਤਾਂ ਵਿੱਚ ਰੁਕਿਆ ਹੋਇਆ ਹੈ। ਕਰਹਿ ਟੋਰ ਬਹੁ ਥਾਨਨ ਹੇਰੀ। ਅਸੀਂ ਤਾਂ ਬੜੇ ਥਾਂ ਤੇ ਵੇਖ ਲਈ ਹੈ, ਇੱਟ ਲੱਭਦੇ ਲਭਾਉਂਦਿਆਂ ਸਾਨੂੰ ਨਹੀਂ ਪ੍ਰਾਪਤ ਹੋਈ ਕਿਤੋਂ ਵੀ। ਸ਼੍ਰੀ ਅਰਜਨ ਗੁਰ ਹਿੰਦ ਵਿਸਾਲ। ਪਰ ਸੁਣਿਆ ਹੈ ਵੀ ਜਿਹੜੇ ਇਹਨਾਂ ਹਿੰਦੂਆਂ ਦੇ ਗੁਰੂ ਬਣੇ ਹੋਏ ਹੈ, ਧੰਨ ਧੰਨ ਗੁਰੂ ਅਰਜਨ ਦੇਵ ਨਾਮ ਰਖਾਇਆ ਹੋਇਆ ਜਿਨ੍ਹਾਂ ਨੇ, ਸੋ ਕਰਵਾਵਤ ਇਹ ਠਾਂ ਤਾਲ। ਉਹ ਇੱਥੇ ਲਾਗੇ 2.5 ਕੋਹ ਤੇ ਇੱਕ ਬੜਾ ਵੱਡਾ ਸਰੋਵਰ ਬਣਵਾ ਰਹੇ ਹਨ। ਆਵੇ ਤਨਹ ਬਿਰਿੰਦ ਲਗਵਾਏ। ਮੈਨੂੰ ਕਿਸੇ ਨੇ ਦੱਸਿਆ ਵੀ ਉਹਨਾਂ ਬੜੇ ਆਵੇ ਇੱਟਾਂ ਪਕਾਉਣ ਵਾਸਤੇ ਲਾਏ ਹੋਏ ਆ। ਵੱਡੀ ਈਂਟ ਅਰ ਭਲੇ ਪਕਾਏ। ਤੇ ਇੱਟਾਂ ਵੀ ਉਹਨਾਂ ਦੀਆਂ ਬੜੀਆਂ ਬੜੀਆਂ ਵੱਡੀਆਂ ਨੇ ਤੇ ਬੜੇ ਸੁੰਦਰ ਆਵੇ ਬਾਲਣ ਪਾ ਪਾ ਕੇ ਹੁਣ ਪੱਕ ਚੁੱਕੇ ਹੈ, ਇੱਟ ਤਿਆਰ ਹੋ ਚੁੱਕੀ ਹੈ। ਖਾਨ ਕਾਜ ਅਰ ਹੋਏ ਹਮਾਰੋ। ਤੇ ਲੈ ਜੇ ਆਪਾਂ ਕਰ ਲਈਏ ਉਹ ਇੱਟਾਂ ਲੈ ਆਈਏ ਕਿਸੇ ਤਰ੍ਹਾਂ ਤੇ ਤੇਰੇ ਖਾਨ ਕਹੀਏ ਅਮਾਨਤ ਖਾਂ ਦਾ ਵੀ ਕੰਮ ਪੂਰਾ ਹੋ ਜਾਵੇਗਾ, ਉਹ ਵੀ ਹਵੇਲੀ ਸਰਾਂ ਬਣਾ ਲਵੇਗਾ ਤੇ ਸਾਡਾ ਵੀ ਕੰਮ ਪੂਰਾ ਹੋ ਜਾਵੇਗਾ। ਮਿਲ ਕੈ ਲਿਹੋ ਨਹਿ ਕਰਹਿ ਪੁਕਾਰੋ। ਤੇ ਅਮਾਨਤ ਖਾਨ ਨੂੰ ਆਖ ਵੀ ਜੇ ਆਪਾਂ ਦੋਵੇਂ ਰਲ ਕੇ ਢਟੋ ਲਈਏ ਸਾਰੀ ਗੁਰੂ ਅਰਜਨ ਦੇਵ ਦੇ ਘਰ ਬਣਦੇ ਦੀ, ਤੇ ਫਿਰ ਆਪਣਾ ਦੋਹਾਂ ਦਾ ਕੰਮ ਹੋ ਜਾਵੇਗਾ। ਤੇ ਨਾਲੇ ਹੈ ਵੀ ਜੇ ਇਕੱਲੇ ਇਕੱਲੇ ਢੋਵਾਂਗੇ ਔਖਾ ਹੋ ਜਾਊਗਾ, ਇਕੱਠੇ ਕਰ ਲਈਏ ਤੇ ਅਰਜਨ ਦੇਵ ਪੁਕਾਰ ਨਹੀਂ ਕਰ ਸਕੇਗਾ ਬਾਦਸ਼ਾਹ ਪਾਸ, ਕਿਉਂਕਿ ਆਪਣੀ ਤਾਕਤ ਵੱਧ ਜਾਵੇਗੀ। ਦੋਵੇਂ ਇਕੱਠੇ ਹੋ ਕਰਕੇ ਕੰਮ ਕਰ ਲਈਏ। ਦੇਹੋ ਉਧਾਰੀ ਕਹਿ ਕੈ ਲੇਹੋ। ਬਾਕੀ ਆਪਾਂ ਚਲਾਕੀ ਦੇ ਨਾਲ ਆਖਣਾ ਗੁਰੂ ਅਰਜਨ ਦੇਵ ਜੀ ਨੂੰ ਵੀ ਅਸੀਂ ਉਧਾਰੀ ਇੱਟ ਤੁਹਾਥੋਂ ਲੈ ਕੇ ਜਾਣੀ ਹੈ। ਜਬਰੀ ਤੁਮ ਸੋ ਕਰੈ ਨ ਕੇਹੋ। ਵੀ ਅਸੀਂ ਕਦੇ ਵੀ ਮਹਾਰਾਜ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਕਰਾਂਗੇ, ਉਧਾਰੀ ਮੰਗ ਕੇ ਇੱਟ ਲੈਣੀ ਹੈ। ਇਮ ਮਸਲਤ ਕਰ ਆਪ ਸਮਾਹੀ। ਤੇ ਇੱਕ ਵਾਰੀ ਇੱਟ ਲੈ ਆਈਏ, ਮੁੜ ਕੇ ਉਧਾਰ ਆਪਾਂ ਕਿੱਥੇ ਦੇਣਾ, ਆਪਣੀ ਸਰਕਾਰੀ ਦਰਬਾਰੇ ਚੱਲਦੀ ਹੈ ਪੂਰੀ। ਇਸ ਤਰ੍ਹਾਂ ਦੀ ਮਸਲਤ ਜੀ ਬਣਾ ਕੇ ਨਾ ਸਕੀਮ ਸਲਾਹ ਇਸ ਜਿਹੜੇ ਆਪਸ ਦੇ ਵਿੱਚ
ਇਹ ਜਿਹੜਾ ਅਮਾਨਤ ਖਾਨ ਦਾ ਮਨੁੱਖ ਭੇਜਿਆ ਇਹ ਤੇ ਨੂਰਦੀਨ ਖੋਜਾ ਬੜੇ ਖੁਸ਼ ਹੁੰਦੇ ਹਨ। ਫਿਰਤ ਚੌਧਰੀ ਨੇ ਠਹਿਰਾਈ। ਤੇ ਇਸ ਤਰ੍ਹਾਂ ਫਿਰ ਜਿਹੜਾ ਹੈ ਇਹ ਚੌਧਰੀ ਉਹਨੇ ਇਸੇ ਤਰ੍ਹਾਂ ਆਖਣਾ ਕੀਤਾ ਹੈ। ਆਏ ਵਹਿਰ ਤੇ ਲਿਏ ਪਜਾਵੇ। ਤੇ ਆਖਿਆ ਚੌਧਰੀ ਨੇ ਜਾ ਕੇ ਉਹ ਅਮਾਨਤ ਖਾਨ ਨੂੰ ਦੱਸ ਦਿੱਤਾ ਹੈ। ਕੁਝ ਅਮਾਨਤ ਖਾਨ ਨੇ ਗੱਡੇ ਫੌਜ ਭੇਜੀ ਤੇ ਕੁਝ ਨੂਰਦੀਨ ਨੇ। ਇਹਨਾਂ ਰਲ ਕੇ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਰੋਵਰ ਤਰਨਤਾਰਨ ਸਾਹਿਬ ਦਾ ਬਣਿਆ, ਉਦੋਂ ਕੋਈ ਪਿੰਡ ਤਾਂ ਹੈ ਨਹੀਂ ਸੀ, ਖੁੱਲ੍ਹਾ ਜ਼ਮੀਨ ਉਜਾੜ ਸੀ, ਤੇ ਲਾਗੇ ਬਾਰ-ਬਾਰ ਜਿੱਥੇ ਆਵੇ ਲੱਗੇ ਹੋਏ ਹਨ ਉਹ ਆਵਿਆਂ ਤੇ ਜਾ ਗੱਡੇ ਠੱਲੇ ਤੇ ਇਹ ਤੁਰਕ ਜਿਹੜੇ ਆ ਗੁਰੂ ਘਰ ਦੀਆਂ ਇੱਟਾਂ ਭਰਨ ਲੱਗ ਪਏ ਹਨ। ਸਿੱਖ ਕੁਲਾਲ ਆਏ ਗੁਰ ਪਾਸ। ਨਿਜ ਨਿਜ ਗ੍ਰਾਮਨ ਈਟ ਟੁਕਾਵੈਂ। ਆਪੋ ਆਪਣੇ ਪਿੰਡਾਂ ਨੂੰ ਇੱਟ ਢੋਣ ਲੱਗ ਪਏ। ਨੂਰਦੀਨ ਦੇ ਬੰਦੇ ਇੱਧਰ ਨੂੰ ਲਈ ਜਾਂਦੇ ਇਹਦੇ ਸ਼ਰਾਬ ਬਣਦੀ ਨੂੰ, ਤੇ ਅਮਾਨਤ ਖਾਨ ਦੇ ਬੰਦੇ ਜਿਹੜੇ ਆ ਕੁਝ ਇੱਧਰ ਲਈ ਜਾਂਦੇ, ਤੇ ਚੌਧਰੀ ਨਰੰਗਾਬਾਦ ਨੂੰ ਇੱਟਾਂ ਢੋਣ ਲੱਗ ਪਿਆ। ਸਤਿਗੁਰਾਂ ਦੇ ਘਰ ਦੀ ਇੱਟ ਜਦੋਂ ਢੋਣ ਲੱਗੇ, ਜਿੰਨੇ ਸਿੱਖ ਸੀ ਕੁਲਾਲ ਜਿਹੜੇ ਇੱਟਾਂ ਪਾਉਣ ਵਾਲੇ ਜਾਂ ਆਵਿਆਂ ਦੀ ਰਾਖੀ ਪਕਾਉਣ ਵਾਲੇ ਸੀ, ਉਹ ਨਹਾ ਕੇ ਪਾਤਸ਼ਾਹ ਪਾਸ ਬੇਨਤੀ ਕੀਤੀ ਹੈ। ਹਾਥ ਜੋੜ ਕੀਨਸ ਅਰਦਾਸ। ਸਿੱਖਾਂ ਨੇ ਬੜੇ ਦੁੱਖ ਲੱਗਾ ਵੀ ਮਹਾਰਾਜ ਦੇ ਘਰ ਦੀ ਇੱਟ ਤੁਰਕ ਧੱਕੇ ਨਾਲ ਢੋ ਰਹੇ ਹੈ। ਹੱਥ ਜੋੜ ਕਰਕੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕੀਤੀ ਸਿੱਖਾਂ ਨੇ। ਤੁਰਕ ਸਮੂਹ ਵਹਿਰ ਚੱਲ ਆਏ। ਹੇ ਪਾਤਸ਼ਾਹ ਮਹਾਰਾਜ ਦਇਆ ਕਰੋ, ਬਹੁਤ ਫੌਜਾਂ ਲੈ ਕੇ ਤੁਰਕ ਆਪਣੇ ਭੱਠਿਆਂ ਨੂੰ ਆਪਣੇ ਆਵਿਆਂ ਨੂੰ ਆਣ ਪਏ ਹਨ। ਹੁਕਮ ਕਰਤ ਹਮ ਸਾਥ ਅਲਾਏ। ਤੇ ਸਾਨੂੰ ਰੋਬ ਮਾਰ ਮਾਰ ਕੇ ਪਾਤਸ਼ਾਹ ਪਿੱਛੇ ਹਟਾਉਂਦੇ ਐ। ਤੇ ਇਸ ਤਰ੍ਹਾਂ ਆਖਿਆ ਹੈ। ਨੂਰੋਦੀਨ ਅਮਾਨਤ ਖਾਨ। ਸਾਨੂੰ ਕਹਿੰਦੇ ਜਿਹੜਾ ਨੂਰਦੀਨ ਬਾਦਸ਼ਾਹ ਦਾ ਖਾਸ ਅਹਿਲਕਾਰ ਹੈ, ਦੂਜਾ ਅਮਾਨਤ ਖਾਨ ਜਿਹੜਾ ਪਠਾਨ ਹੈ, ਦੋਨਾਂ ਨਿਕਟ ਚਿਨਾਏ ਮਕਾਨ। ਇਹ ਇੱਟਾਂ ਉਹਨਾਂ ਦੇ ਘਰ ਜਾਣੀਆਂ ਨੇ ਭਾਈ। ਉਹ ਆਪਣੇ ਘਰ ਵਿੱਚ ਸਰਾਂ ਬਣਾ ਰਹੀ ਹੈ, ਜਾਂ ਕਹਿ ਲਓ ਮਕਾਨ ਵੱਡੇ ਤਿਆਰ ਕਰ ਰਹੇ ਹਨ। ਚਾਹੇ ਈਂਟ ਕਾ ਤਿਨ ਕਹੋ ਭਈ। ਤੇ ਉਹਨਾਂ ਨੂੰ ਇਹ ਸਿੱਖੋ ਇੱਟਾਂ ਚਾਹੀਦੀਆਂ, ਸਾਨੂੰ ਮਿਲੀਆਂ ਨਹੀਂ ਕਿਤੋਂ, ਇਸ ਕਰਕੇ ਅਸੀਂ ਤੁਹਾਡੇ ਗੁਰੂ ਦੇ ਆਵਿਆਂ ਤੋਂ ਇੱਟਾਂ ਲਿਜਾ ਰਹੇ ਹਾਂ। ਕਰ ਉਧਾਰ ਤੁਮ ਤੇ ਹਮ ਲਈ। ਤੇ ਆਪਦੇ ਗੁਰੂ ਨੂੰ ਕਹਿ ਦਿਓ ਜਾ ਕੇ ਵੀ ਅਸੀਂ ਕੋਈ ਧੱਕੇ ਨਾਲ ਨਹੀਂ, ਨਾਲੇ ਲਈ ਜਾਂਦੇ ਆ, ਨਾਲੇ ਕਹਿੰਦੇ ਜਾਓ ਗੁਰੂ ਅਰਜਨ ਦੇਵ ਜੀ ਨੂੰ ਆਖ ਦਿਓ ਵੀ ਅਸੀਂ ਉਧਾਰੀਆਂ ਇੱਟਾਂ ਲੈ ਕੇ ਚੱਲੇ ਹਾਂ। ਇਹ ਕਹਿ ਲੱਗੇ ਲਦਾਵਣ ਗਾਡੇ। ਤੇ ਕਹਿੰਦੇ ਸਿੱਖ ਪਾਤਸ਼ਾਹ ਇਹ ਗੱਲ ਕਹਿ ਕੇ ਸਾਨੂੰ ਵੀ ਅਸੀਂ ਤਾਂ ਉਧਾਰੀਆਂ ਲੈ ਕੇ ਚੱਲੇ, ਨਾਲੇ ਧੱਕਾ ਕਰਦੇ ਆ, ਨਾਲੇ ਕਹਿੰਦੇ ਕਿ ਉਧਾਰੀਆਂ ਇੱਟਾਂ ਲੈ ਕੇ ਚੱਲੇ ਆ। ਤੇ ਇਸ ਤਰ੍ਹਾਂ ਪਾਤਸ਼ਾਹ ਜੀ ਕਹਿ ਕੇ ਤੇ ਇੱਟਾਂ ਗੱਡਿਆਂ ਤੇ ਲੱਦਣ ਲੱਗ ਪਏ ਹਨ। ਗਿਣਤੀ ਮਿਨਤੀ ਦੀਨਸ ਛਾਡੇ। ਤੇ ਪਾਤਸ਼ਾਹ ਕਹਿੰਦੇ ਉਧਾਰੀਆਂ ਇੱਟਾਂ ਲੈ ਕੇ ਚੱਲੇ ਆ। ਜੇ ਉਧਾਰੀਆਂ ਲੈ ਕੇ ਚੱਲੇ ਹੁਣ ਤੇ ਗਿਣ ਕੇ ਲਿਜਾਣ ਨਾ, ਬਸ ਭਰ ਭਰ ਕੇ ਗੱਡੇ ਆਪਣੇ ਪਿੰਡਾਂ ਨੂੰ ਢੋਈ ਜਾਂਦੇ ਹਨ, ਗਿਣਤੀ ਮਿਣਤੀ ਕਰਦੇ ਨਹੀਂ। ਸੁਣ ਬੋਲੇ ਸ਼੍ਰੀ ਅਰਜਨ ਨਾਥ। ਸੁਣ ਕੇ ਸਿੱਖਾਂ ਦੀ ਬੇਨਤੀ ਰੋਂਦਿਆਂ ਹੋਇਆਂ ਦੀ, ਕਿਉਂਕਿ ਸਾਧ ਸੰਗਤ ਜੀ 4-4 5-5 6-6 ਮਹੀਨੇ ਸਿੱਖਾਂ ਨੇ ਮਿਹਨਤ ਕਰਕੇ ਇੱਟਾਂ ਪਾਈਆਂ, ਚੁੱਕ ਕੇ ਲਿਜਾਂਦੇ ਐ, ਗੁਰੂ ਘਰ ਦਾ ਕਾਰਜ ਪੂਰਾ ਨਹੀਂ ਹੋਣਾ। ਸਿੱਖ ਰੋਂਦੇ ਪਾਤਸ਼ਾਹ ਨੂੰ ਬੇਨਤੀ ਕਰਦੇ। ਗਰੀਬ ਨਵਾਜ਼ ਸਿੱਖਾਂ ਦੀ ਬੇਨਤੀ ਸੁਣ ਕੇ ਬੋਲੇ ਹਨ। ਹਮਕੋ ਕਿਆ ਹੈ ਗਿਣਤੀ ਸਾਥ। ਕਹਿੰਦੇ ਸਿੱਖੋ ਨਾ ਗਿਣਨ ਭਾਈ, ਸਾਨੂੰ ਕੋਈ ਗਿਣਤੀ ਦੇ ਨਾਲ ਨਹੀਂ ਹੈ, ਨਾ ਗਿਣਨ ਨਹੀਂ ਗਿਣਦੇ ਤਾਂ। ਜਹਾਂ ਈਂਟ ਕਾ ਲੱਗਾ ਹਮਾਰੀ। ਪਰ ਇੱਕ ਗੱਲ ਉਹਨਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਤੁਰਕਾਂ ਨੂੰ, ਵੀ ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ। ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਜਬਰੀ ਇੱਟਾਂ ਜਾਂ ਕੋਈ ਵਸਤੂ ਚੁੱਕ ਕੇ ਲੈ ਕੇ ਚੱਲੇ ਹੈ, ਇਹ ਇੱਟਾਂ ਜਿੱਥੇ ਜਿੱਥੇ ਜਾ ਕੇ ਲਾਉਣਗੇ, ਜਿੱਥੇ ਜਿੱਥੇ ਜਿਹੜੀ ਜਿਹੜੀ ਨੀਂਹ ਵਿੱਚ ਇੱਟਾਂ ਲੱਗਣਗੀਆਂ, ਤਹ ਕੀ ਲਿਆਵਹਿ ਜੜਾਂ ਉਖਾਰੀ। ਜਿਹੜੇ ਘਰ ਨੂੰ ਇੱਟ ਲੱਗੇਗੀ ਗੁਰੂ ਘਰ ਦੀ, ਉਸ ਘਰ ਦੀ ਜਾੜੀ ਪੁੱਟ ਕੇ ਫਿਰ ਇੱਥੇ ਲੈ ਆਵੇਗੀ। ਭਾਵ ਵੀ ਗੁਰੂ ਘਰ ਦੀ ਮਹਾਰਾਜ ਕਹਿੰਦੇ ਇੱਟ ਜਿਹਦੇ ਘਰ ਨੂੰ ਲੱਗੇਗੀ ਨਾ, ਉਹਦੀ ਜਿਹੜੀ ਪਹਿਲਾਂ ਵੀ ਮਿਹਨਤ ਕਰਕੇ ਇੱਟ ਲਾਈ ਹੋਈ ਹੈ, ਉਹ ਸਮੇਤ ਜੜ੍ਹਾਂ ਭਾਵ ਨੀਹਾਂ ਦੇ ਨੀਹਾਂ ਸਮੇਤ ਇੱਟ ਮੁੜ ਕੇ ਫਿਰ ਸਾਡੇ ਘਰ ਹੀ ਪਰਤੇਗੀ। ਇਹ ਜਾਏਗੀ ਇੱਟ, ਤੇ ਜਿਹੜਾ ਧੱਕੇ ਨਾਲ ਲੈ ਕੇ ਜਾਵੇਗਾ, ਚੋਰੀ ਕਰਕੇ ਲੈ ਕੇ ਜਾਵੇਗਾ, ਉਹਦੇ ਘਰ ਦੀ ਜੜ ਪੁੱਟ ਕੇ ਲੈ ਆਵੇਗੀ। ਸਰਬ ਕੋਟ ਚਾਹ ਗਿਰਦ ਵਿਸਾਲਾ। ਜਿੱਡੇ ਜਿੱਡੇ ਮਰਜੀ ਕਿਲੇ ਉਸਾਰ ਲੈਣ ਇਹਨਾਂ ਇੱਟਾਂ ਦੇ ਨਾਲ ਚਫੇਰੇ ਹੀ। ਟਹਿ ਆਵਹਿ ਇਹ ਠਾਂ ਜਿਸ ਕਾਲਾ। ਸਮਾਂ ਆਵੇਗਾ ਜਿੱਥੋਂ ਲੈ ਕੇ ਚੱਲੇ ਐ,
ਉਹ ਇੱਟਾਂ ਇਹਨਾਂ ਦੇ ਘਰ ਪੁੱਟ ਕੇ ਵੱਡੇ ਵੱਡੇ ਕਿਲੇ ਢਵਾ ਕੇ ਤੇ ਫਿਰ ਮੁੜ ਤਰਨ ਤਾਰਨ ਆ ਜਾਵਣਗੀਆਂ। ਤਬ ਇਹ ਪੂਰਨ ਹੋਏ ਤੜਾਗ। ਤੇ ਹੁਣ ਤਾਂ ਸਰੋਵਰ ਰੁਕੇਗਾ, ਹੁਣ ਸਰੋਵਰ ਦੀ ਸੇਵਾ ਪੂਰੀ ਨਹੀਂ ਹੋਣੀ, ਪਰ ਜਦੋਂ ਕੋ ਸਮਾਂ ਆਵੇਗਾ ਇੱਕ ਵਾਰੀ ਲਾਉਣਗੇ ਇੱਟਾਂ, ਪਰ ਇਹਨਾਂ ਦੀਆਂ ਹਵੇਲੀਆਂ ਉਧੇੜ ਉਧੇੜ ਕੇ ਸਾਡੇ ਸਿੱਖ ਇਹ ਸਰੋਵਰ ਪੂਰਾ ਕਰਨਗੇ। ਤੋ ਖਾਲਸਾ ਜੀ 1832 ਬਿਕਰਮੀ ਸੰਮਤ ਵਿੱਚ ਨਾ ਭਾਈ ਬੁੱਧ ਸਿੰਘ ਜੀ ਹੋਏ ਹੈ। ਉਹ ਭਾਈ ਬੁੱਧ ਸਿੰਘ ਜੀਆਂ ਨੇ ਫਿਰ ਇਹ ਨੂਰਦੀਨ ਦੀ ਸਰਾਂ ਦੇੜ ਕੇ ਨਾ ਸਾਰੀ, ਜਦੋਂ ਕਿਉਂਕਿ ਖਾਲਸਾ ਰਾਜ ਜਦੋਂ ਆ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕੀਤੀ, ਮਿਸਲਾਂ ਦਾ ਰਾਜ ਆਇਆ, ਸਿੱਖ ਤਾਕਤ ਵਿੱਚ ਹੋਏ ਹੈ, ਨੂਰਦੀਨ ਦੀ ਸਾਰੀ ਸਰਾਂ ਦੇੜ ਕੇ ਤੇ ਤਰਨ ਤਾਰਨ ਸਾਹਿਬ ਦੇ ਸਰੋਵਰ ਪੂਰਾ ਕਰਵਾਇਆ ਸੀ ਭਾਈ ਬੁੱਧ ਸਿੰਘ ਜੀ ਨੇ। ਤੇ ਫਿਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀਆਂ ਤੇ ਕੰਵਰ ਨੌ ਨਿਹਾਲ ਜੀਆਂ ਨੇ, ਇਹਨਾਂ ਮੇਰਾ ਖਿਆਲ 1882 ਬਿਕਰਮੀ ਸੰਮਤ ਹੈ ਸੀ। ਮਹਾਰਾਣਾ ਰਣਜੀਤ ਸਿੰਘ ਸਾਹਿਬ ਜੀਆਂ ਤੇ ਕੰਵਰ ਨੌ ਨਿਹਾਲ ਜੀਆਂ, ਇਹਨਾਂ ਨੇ ਸਾਧ ਸੰਗਤ ਜੀ ਫਿਰ ਪਾਸੇ ਜਿਹੜੀ ਪ੍ਰਛੱਤੀ ਬਣਵਾ ਕੇ ਪਰਿਕਰਮਾ ਤੇ ਮਹਾਰਾਜ ਦਾ ਜਿਹੜਾ ਦਰਬਾਰ ਹੈ ਉਹ ਪੂਰਾ ਕਰਵਾਇਆ ਸੀ। ਤੇ ਉਹਨਾਂ ਦੀ ਇੱਟਾਂ ਹੀ ਦੇੜ ਦੇੜ ਕੇ ਲੈ ਕੇ ਆਏ ਸੀ ਸਾਰੀਆਂ। ਫਿਰ ਜਿਹੜੀ ਇੱਟ ਗੁਰੂ ਘਰੋਂ ਲੈ ਕੇ ਗਏ ਸੀ ਉਹ ਤਾਂ ਲਿਆਂਦੀ ਇਹਨਾਂ ਦੇ ਘਰਾਂ ਦੀਆਂ ਨੀਹਾਂ ਵੀ ਪੁੱਟ ਕੇ ਲੈ ਆਇਆ ਸੀ ਖਾਲਸਾ ਜਦੋਂ ਤਾਕਤ ਵਿੱਚ ਆਇਆ। ਇਹ ਸਰੋਵਰ ਉਹਨਾਂ ਸਮਾਂ ਨਹੀਂ ਪੂਰਾ ਹੋਇਆ, ਫਿਰ ਖਾਲਸੇ ਦੇ ਰਾਜ ਵੇਲੇ ਫਿਰ ਇਹ ਸਰੋਵਰ ਸਾਰਾ ਪੂਰਾ ਹੋਇਆ ਸੀ। ਤੋ ਮਹਾਰਾਜ ਦੇ ਫਿਰ ਬਚਨ ਸਮਾਂ ਪਾ ਕੇ ਪੂਰੇ ਹੋਏ ਸੀ। ਇਹ ਮਹਾਰਾਜ ਤਾਂ ਕਹਿ ਰਹੇ ਵੀ ਹੁਣ ਤਾਂ ਪੂਰਾ ਨਹੀਂ ਹੋਵੇਗਾ ਸਰੋਵਰ, ਪਰ ਸਮਾਂ ਆਵੇਗਾ ਗੁਰੂ ਕੀ ਚੋਰੀ ਕੀਤੀ ਹੋਈ ਇੱਟ ਇਹਨਾਂ ਦੀਆਂ ਨੀਹਾਂ ਉਧੇੜ ਕੇ ਇੱਥੇ ਲੈ ਆਵੇਗੀ, ਫਿਰ ਸਾਡੇ ਸਿੱਖ ਇਹ ਸਰੋਵਰ ਪੂਰਾ ਕਰਨਗੇ। ਕਰਹਿ ਸਿੱਖ ਮੇਰੋ ਵੱਡ ਭਾਗ। ਜਦੋਂ ਸਿੱਖਾਂ ਦਾ ਪ੍ਰਤਾਪ ਵਧੇਗਾ, ਸਾਡੇ ਵੱਡੇ ਭਾਗਾਂ ਵਾਲੇ ਸਿੱਖ ਜਿਹੜੇ ਕਾਰਜ ਪੂਰਾ ਕਰਨਗੇ। ਤੁਰਕ ਸਕਲ ਕੀ ਜਰਾਂ ਉਖਾਰਹਿ। ਇਹਨਾਂ ਸਾਰਿਆਂ ਤੁਰਕਾਂ ਦੀਆਂ ਜੜ੍ਹਾਂ ਪੁੱਟ ਦੇਵਣਗੇ। ਸਨਮੁਖ ਲੜਹਿ ਤਾਹੀਂ ਕੋ ਮਾਰਹਿ। ਤੇ ਸਨਮੁਖ ਹੋ ਕੇ ਖਾਲਸਾ ਲੜੇਗਾ, ਸਾਡੇ ਸਿੱਖ ਲੜਨਗੇ ਤੇ ਨਾਲੇ ਇਹਨਾਂ ਦੀਆਂ ਜੜ੍ਹਾਂ ਪੁੱਟਣਗੇ, ਤੁਰਕਾਂ ਦਾ ਸੀਸ ਵੱਢ ਵੱਢ ਕੇ ਨਾਸ਼ ਕਰ ਦੇਵਣਗੇ। ਬ੍ਰਧਹਿ ਤੇਜ ਹਿੰਦਨ ਕੋ ਜੋਰ। ਹਿੰਦੁਸਤਾਨ ਦੇ ਵਿੱਚ ਤੇਜ ਵੱਧ ਜਾਵੇਗਾ ਸਾਡੇ ਸਿੱਖਾਂ ਦਾ, ਜਾਂ ਜਦੋਂ ਤੁਰਕਾਂ ਦਾ ਨਾਸ਼ ਹੋ ਜਾਵੇਗਾ ਤੇ ਸਿੱਖ ਹਿੰਦੂਆਂ ਦਾ ਇੱਥੇ ਜ਼ੋਰ ਵੱਧ ਜਾਵੇਗਾ। ਤਬ ਇਹ ਤਾਲ ਹੋਏ ਚਹੂ ਓਰ। ਉਦੋਂ ਫਿਰ ਚਾਰ ਚਫੇਰਿਓਂ ਇਹ ਤਾਲ ਜਿਹੜਾ ਸਰੋਵਰ ਆ ਕਈ ਸਾਲਾਂ ਬਾਅਦ ਜਿਹੜਾ ਫਿਰ ਪੂਰਾ ਹੋਵੇਗਾ। ਮੇਲਾ ਹੋਏ ਅਮਸਿਆ ਭਾਰੀ। ਇੱਥੇ ਬੜਾ ਭਾਰੀ ਮੇਲਾ ਲੱਗਿਆ ਕਰੇਗਾ ਤੇ ਭਾਦਰੋਂ ਦੀ ਮੱਸਿਆ ਬਹੁਤ ਭਰਿਆ ਕਰੇਗੀ। ਹਰ ਮੱਸਿਆ ਭਰੇਗੀ, ਪਰ ਭਾਦਰੋਂ ਦੀ ਮੱਸਿਆ ਵਿਸ਼ੇਸ਼ ਕਰਕੇ ਬੜੀ ਭਰਿਆ ਕਰੇਗੀ। ਲਹੈ ਕਾਮਨਾ ਲੋਕ ਉਦਾਰੀ। ਜਿਹੜੇ ਜਿਹੜੇ ਲੋਕ ਇੱਥੇ ਸੇਵਾ ਕਰਨਗੇ, ਇਸ਼ਨਾਨ ਕਰਨਗੇ ਤਰਨ ਤਾਰਨ ਸਾਹਿਬ ਦਾ, ਮਨ ਦੇ ਵਿੱਚ ਸਾਰੇ ਜਿੰਨੇ ਫੁਰਨੇ ਆ ਇੱਛਾ ਪੂਰੀਆਂ ਹੋਣ ਕਰਨਗੀਆਂ। ਰੋਗ ਬ੍ਰਿੰਦ ਕੋ ਵਰਜਨ ਕਰਹੀ। ਇਹ ਇਹੋ ਜਿਹਾ ਸਥਾਨ ਹੋਵੇਗਾ ਜਿਹੜਾ ਸਾਰਿਆਂ ਰੋਗਾਂ ਦੇ ਕੱਟਣ ਵਾਲਾ ਹੋਵੇਗਾ। ਵੱਡੇ ਵੱਡੇ ਕੋਹੜੀ ਜਿਹੜੇ ਆ ਕੁਸ਼ਟੀ ਤਰਨ ਤਾਰਨ ਸਾਹਿਬ ਦੇ ਇਸ਼ਨਾਨ ਕਰਕੇ ਤੇ ਜਿਹੜੇ ਵਾ ਅਰੋਗ ਹੋਇਆ ਕਰਨਗੇ, ਤੰਦਰੁਸਤ ਹੋ ਜਾਇਆ ਕਰਨਗੇ। ਨਾਮ ਤਰਨ ਤਾਰਨ ਸੋ ਉਚਰਹੀ। ਤੇ ਮਹਾਰਾਜ ਨੇ ਫਿਰ ਇਹਦਾ ਨਾਮ ਤਰਨ ਤਾਰਨ ਰੱਖਿਆ। ਤਰਨ ਸਾਧ ਸੰਗਤ ਜੀ ਨਾਮ ਹੁੰਦਾ ਹੈ ਜਹਾਜ਼ ਦਾ, ਤੇ ਤਾਰ ਨਾਮ ਹੁੰਦਾ ਵੀ ਤਾਰਨ ਵਾਸਤੇ, ਤਰਨ ਕਹੀਏ ਜਹਾਜ਼। ਤਰਨ ਤਾਰਨ, ਤਾਰਨ ਵਾਸਤੇ ਜਹਾਜ਼। ਇਹ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਮਹਾਰਾਜ ਕਹਿੰਦੇ ਇਹ ਤਰਨ ਤਾਰਨ ਜਹਾਜ਼ ਹੈ ਭਾਈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਿੰਦੇ ਗੁਰੂ ਪਾਰ ਉਤਾਰਨ ਹਾਰ। ਇਹੋ ਜਿਹਾ ਪਾਵਨ ਪਵਿੱਤਰ ਸਥਾਨ ਪ੍ਰਗਟ ਹੋਵੇਗਾ। ਦਰਸ ਮਾਸ ਭਾਦਰੋਂ ਪਦ ਜੋਏ। ਸੰਗਤਾਂ ਜਿਹੜੀਆਂ ਵੀ ਭਾਦਰੋਂ ਦੇ ਮਹੀਨੇ ਦੀ ਮੱਸਿਆ ਦਾ ਇਸ਼ਨਾਨ ਕਰਨਗੀਆਂ, ਇੱਥੇ ਦਰਸ਼ਨ ਕਰਨ ਆਉਣਗੀਆਂ। ਮਹਾ ਮਹਾਤਮ ਇਸ ਕੋ ਹੋਏ। ਉਹ ਸੰਗਤਾਂ ਨੂੰ, ਸਿੱਖਾਂ ਨੂੰ ਭਾਦਰੋਂ ਦੀ ਮੱਸਿਆ ਦੇ ਇਸ਼ਨਾਨ ਦਾ ਬੜਾ ਭਾਰੀ ਮਹਾਤਮ ਫਲ ਪ੍ਰਾਪਤ ਹੋਵੇਗਾ। ਸਗਰੇ ਪਾਪ ਵਿਦਾਰਨ ਕਰੈ। ਇਹ ਪਾਵਨ ਸਥਾਨ ਇਸ਼ਨਾਨ ਕਰਨ ਵਾਲੇ ਸਿੱਖਾਂ ਦੇ ਸਾਰੇ ਪਾਪ ਨਾਸ਼ ਕਰ ਦੇਵੇਗਾ। ਸ਼ਰਧਾ ਧਰ ਇਸ਼ਨਾਨ ਜੇ ਧਰੈ। ਜਿਹੜਾ ਵੀ ਸ਼ਰਧਾ ਧਾਰ ਕੇ ਇਸ ਪਵਿੱਤਰ
ਅਸਥਾਨ ਵਿੱਚ ਸਰੋਵਰ ਵਿੱਚ ਇਸ਼ਨਾਨ ਕਰੇਗਾ। ਇਮ ਕਹਿ ਸਤਿਗੁਰ ਤੂਸ਼ਣ ਤੋ ਰਹੇ। ਇਹ ਬਚਨ ਕਹੇ ਪਾਤਸ਼ਾਹ ਜੀਆਂ ਫਿਰ ਚੁੱਪ ਧਾਰ ਲਈ ਹੈ। ਚੱਲਣ ਭੋਰ ਕੋ ਚਿਤ ਮਹਿ ਤੇ ਚਹੇ। ਮਹਾਰਾਜ ਨੇ ਚਿੱਤ ਵਿੱਚ ਵਿਚਾਰ ਕੀਤਾ ਵੀ ਹੁਣ ਸਰੋਵਰ ਤਾਂ ਪੂਰਾ ਨਹੀਂ ਹੋਣਾ, ਇੱਟ ਤੁਰਕ ਢੋ ਲਈ ਸਾਰੀ ਇਹਨਾਂ ਨੇ, ਜਿਸ ਕਰਕੇ ਹੁਣ ਸਾਰੀ ਇੱਟੋ ਲੈ ਗਏ ਐ ਤੇ ਅਸੀਂ ਇੱਥੇ ਰਹਿ ਕੇ ਕੀ ਕਰਨਾ ਹੈ ਹੁਣ, ਤੇ ਤੜਕੇ ਇੱਥੋਂ ਚਾਲਾ ਪਾ ਦਈਏ, ਅੰਮ੍ਰਿਤਸਰ ਸਾਹਿਬ ਮੁੜ ਜਾਈਏ। ਤਿਸ ਦਿਨ ਡੇਰੋ ਤਹੀਂ ਨਹੀਂ ਤਹੀਂ ਤੇ ਟਿਕਾਏ। ਪਾਤਸ਼ਾਹ ਜੀ ਉਸ ਦਿਨ ਡੇਰਾ ਜਿਹੜਾ ਇੱਥੇ ਕੀਤਾ, ਗਰੀਬ ਨਵਾਜ ਇੱਕ ਰਾਤ ਜਿੱਦੇ ਇੱਟਾਂ ਚੁੱਕ ਲਈਆਂ ਇਹਨਾਂ ਨੇ, ਇੱਕ ਰਾਤ ਪਾਤਸ਼ਾਹ ਨੇ ਇੱਥੇ ਹੋਰ ਬਤੀਤ ਕੀਤੀ ਹੈ। ਸ਼੍ਰੀ ਅਰਜਨ ਚਿਤ ਸ਼ਾਂਤ ਤੇ ਬ੍ਰਿਧਾਏ। ਪਾਤਸ਼ਾਹ ਜੀ ਨੂੰ ਕੀ ਖਾਲਸਾ ਜੀ ਗਰੀਬ ਨਵਾਜ ਸਤਿਗੁਰੂ ਜਿਨ੍ਹਾਂ ਦਾ ਚਿੱਤ ਐਨ ਸ਼ਾਂਤ ਹੈ, ਗਰੀਬ ਨਵਾਜ ਹਿਰਦੇ ਵਿੱਚ ਸ਼ਾਂਤੀ ਵਧਾ ਕੇ ਇੱਥੇ ਬੈਠੇ ਰਹੇ ਹਨ। ਨਹੀਂ ਸ਼ਰਾਪ ਤਬ ਕਰੂਰ ਉਚਾਰਸ। ਮਹਾਰਾਜ ਜੀਆਂ ਕੋਈ ਵਿਸ਼ੇਸ਼ ਸ਼ਰਾਪ ਜਿਹੜਾ ਕੂਪ ਕਰੜਾ ਨਹੀਂ ਉਚਾਰਨਾ ਕੀਤਾ, ਵੀ ਸ਼ਾਂਤ ਸੁਭਾਅ ਹੀ ਰੱਖਿਆ, ਚਾਹੇ ਮਹਾਰਾਜ ਦਾ ਤੀਰਥ ਇਹਨਾਂ ਨੇ ਰੋਕ ਦਿੱਤਾ ਹੈ। ਜਿਸ ਤੇ ਦੁਸ਼ਟ ਦਗਧ ਹੋਵੈ ਛਾਰਸ। ਤੇ ਪਾਤਸ਼ਾਹ ਜੀ ਚਾਹੁਣ ਤੇ ਖਾਲਸਾ ਜੀ ਇੱਕ ਕਟਾਕਸ਼ ਕਰਨ ਦੇ ਨਾਲ ਹੀ ਇਹਨਾਂ ਦੁਸ਼ਟਾਂ ਤੁਰਕਾਂ ਦਾ ਨਾਸ਼ ਕਰ ਸਕਦੇ ਸਨ। ਗਰੀਬ ਨਵਾਜ ਮਹਾਰਾਜ ਜੀਆਂ ਨੇ ਐਨ ਸ਼ਾਂਤ ਇੱਕ ਰਸ ਬਿਰਤੀ ਰੱਖੀ ਹੈ। ਛਿਮਾਵਾਨ ਮਹਿ ਸ਼੍ਰੇਸ਼ਟ ਰੂਪ। ਕਿਉਂਕਿ ਗਰੀਬ ਨਵਾਜ ਖਿਮਾ ਰੂਪ ਹੈ ਪਾਤਸ਼ਾਹ ਜੀ, ਜਿਨ੍ਹਾਂ ਦਾ ਰੂਪ ਸ੍ਰੇਸ਼ਟ ਹੈ, ਜਿਹੜੇ ਇਉਂ ਮਾਨੋ ਵੀ ਖਿਮਾ ਹੀ ਰੂਪ ਧਾਰ ਕੇ ਸਤਿਗੁਰਾਂ ਦਾ ਬੈਠੀ ਹੈ। ਮਹਾਸ਼ਕਤ ਧਰ ਧੀਰ ਅਨੂਪ। ਬੜੀ ਸ਼ਕਤੀ ਹੈ ਪਾਤਸ਼ਾਹ ਨੇ ਅੰਦਰ ਧਾਰੀ ਹੋਈ, ਪਰ ਵੇਖੋ ਫੇਰ ਵੀ ਮਹਾਰਾਜ ਵਿੱਚ ਇਹ ਨਿਮਰਤਾ ਹੈ, ਜਿਨ੍ਹਾਂ ਦੀ ਸੋਭਾ ਅਨੂਪਮ ਹੈ, ਉਪਮਾ ਨਹੀਂ ਕੀਤੀ ਜਾ ਸਕਦੀ। ਬੜੇ ਧੀਰਜ ਧਾਰੀ ਪਾਤਸ਼ਾਹ ਹਨ। ਸਮ ਦਮ ਕੇ ਜੋ ਤੁਰਿਦਾ ਉਦਾਰ। ਗਰੀਬ ਨਵਾਜ ਮਹਾਰਾਜ ਦਾ ਜਿਹੜਾ ਹਿਰਦਾ ਬੜਾ ਸ਼੍ਰੇਸ਼ਟ ਹੈ, ਸਖੀ ਚਿੱਤ ਹਨ, ਸਮਦਮ ਦੇ ਸਹਿਤ ਹੈ। ਧਰਮ ਆਤਮਾ ਸਹਿਤ ਵਿਚਾਰ। ਪਾਤਸ਼ਾਹ ਜੀ ਸਹਿਤ ਵਿਚਾਰਦੇ ਐ, ਵਿਚਾਰ ਰੱਖਣ ਵਾਲੇ ਐ, ਤੇ ਬੜੇ ਧਰਮਾਤਮਾ ਪੁਰਖ ਹਨ। ਮਨਹ ਧਰਮ ਕੀ ਤੁਜਾ ਸਰੀਰ। ਕਵੀ ਜੀ ਕਹਿੰਦੇ ਹੋ ਮਾਨੋ ਵੀ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਧਰਮ ਦੇ ਧੁਜਾ ਹੋਣ, ਧਰਮ ਦਾ ਨਿਸ਼ਾਨ ਹੋਵੇ ਪਾਤਸ਼ਾਹ ਦਾ ਸਰੀਰ ਜੋ ਹੈ। ਪਰ ਉਪਕਾਰੀ ਪਰਮ ਅਪੀਰ। ਤੇ ਮਹਾਰਾਜ ਪਾਤਸ਼ਾਹ ਜੀ ਪਰਮ ਉਪਕਾਰੀ ਹੈ, ਵੱਡਾ ਪਰ ਉਪਕਾਰ ਕਰਨ ਵਾਲੇ ਹੈ, ਮਹਾਨ ਸੂਰਮੇ ਹਨ। ਜਮ ਬਸ ਜੀਵ ਨਰਕ ਮੋ ਪਰਤੇ। ਕਿਉਂਕਿ ਪਾਤਸ਼ਾਹ ਜੀਆਂ ਜਾਣਿਆ ਵੀ ਜਿਹੜੇ ਜੀਵ ਪਾਪ ਕਰਦੇ ਐ ਜਮਾਂ ਦੇ ਵਸ ਪੈਂਦੇ ਐ, ਜਿਸ ਕਰਕੇ ਨਰਕਾਂ ਨੂੰ ਤੁਰਦੇ ਹਨ। ਤਿਨੋ ਵਿਲੋਕਤ ਕਰੁਣਾ ਕਰਤੇ। ਇਹੋ ਜਿਹੇ ਨਰਕਾਂ ਨੂੰ ਜਾਂਦਿਆਂ ਹੋਇਆਂ ਜੀਵਾਂ ਨੂੰ ਵੇਖ ਕੇ ਪਾਤਸ਼ਾਹ ਜੀ ਕਿਰਪਾ ਕਰਦੇ ਐ, ਵੀ ਲੜ ਲੜ ਕੇ ਪਿੰਡ ਮਰ ਰਹੇ ਸੀ, ਪਾਤਸ਼ਾਹ ਜੀ ਨੇ ਤਾਂ ਪਰਉਪਕਾਰ ਹੀ ਕੀਤਾ ਨਾ, ਵੀ ਚਲੋ ਜ਼ਮੀਨ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਦੇਣਗੇ ਤੇ ਝਗੜਾ ਖਤਮ ਹੋ ਜਾਵੇਗਾ, ਤੇ ਇੱਥੇ ਪਿੰਡ ਸਾਰੇ ਲਾਗੇ ਲਾਗੇ ਦੇ ਲੰਗਰ ਪਕਾਇਆ ਕਰਨਗੇ, ਬਹਿ ਕੇ ਛਕਿਆ ਕਰਨਗੇ। ਹੁਣ ਵੈਰ ਵਧਿਆ, ਕਤਲ ਕਰਦੇ ਇੱਕ ਦੂਜੇ ਦੇ ਪਿੰਡਾਂ ਦਾ, ਇੱਕ ਥਾਂ ਤੇ ਇਕੱਠੇ ਹੋਣਗੇ ਤੇ ਇਹਨਾਂ ਦਾ ਪਿਆਰ ਵਧੇਗਾ। ਇਸ ਲਈ ਮਹਾਰਾਜ ਨੇ ਤਰਨ ਤਾਰਨ ਸਾਹਿਬ ਦਾ ਸਥਾਨ ਬਣਾਇਆ ਸੀ ਵੀ ਇੱਥੇ ਪਿੰਡਾਂ ਦੀ ਦੁਸ਼ਮਣੀ ਖਤਮ ਹੋ ਜਾਵੇ। ਪਾਤਸ਼ਾਹ ਜੀ ਤਾਂ ਪਰਉਪਕਾਰ ਕਰਨ ਵਾਲੇ ਹੈ, ਜਿਨ੍ਹਾਂ ਨੇ ਕੇਵਲ ਤੇ ਕੇਵਲ ਸਰੀਰ ਪਰਉਪਕਾਰ ਕਰਨ ਵਾਸਤੇ ਧਾਰਿਆ, ਅਵਤਾਰ ਧਾਰਨਾ ਕੀਤਾ ਹੈ। ਭਲੇ ਪੰਥ ਪਰ ਸੁਖ ਕੋ ਪਾਵੈ। ਇਹਨਾਂ ਨੂੰ ਵਿਚਾਰਿਆਂ ਨੂੰ ਲੜਦਿਆਂ ਮਰਦਿਆਂ ਵੇਖ ਕੇ ਮਹਾਰਾਜ ਨੇ ਕਿਰਪਾ ਕੀਤੀ ਤੇ ਸੁਖ ਦੇਣ ਵਾਸਤੇ ਪਾਤਸ਼ਾਹ ਜੀ ਜੀਵਾਂ ਨੂੰ ਚੰਗੇ ਰਸਤੇ ਤੇ ਪਾ ਰਹੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰ ਛਡਾ ਰਹੇ ਆ, ਤੇ ਸਿੱਖਾਂ ਨੂੰ ਜਾਂ ਪਾਪੀਆਂ ਸਾਰਿਆਂ ਜੀਵਾਂ ਨੂੰ, ਪ੍ਰਾਣੀ ਮਾਤਰ ਨੂੰ ਗੁਰਬਾਣੀ ਦੁਆਰਾ, ਸਿੱਖਿਆ ਉਪਦੇਸ਼ ਦੁਆਰਾ, ਸੇਵਾ ਦੁਆਰਾ, ਸਿਮਰਨ ਦੁਆਰਾ ਪਾਤਸ਼ਾਹ ਜੀ ਸਿੱਧੇ ਰਸਤੇ ਤੋਰ ਰਹੇ ਹਨ। ਇਸ ਪ੍ਰਕਾਰ ਕੇ ਬਿਉਂਤ ਬਣਾਵੈ। ਤੇ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਦੀਆਂ ਵਿਉਂਤਾਂ ਬਣਾਉਂਦੇ ਆ, ਜਿਵੇਂ ਸੰਤੋਖ ਸਰ ਸਾਹਿਬ, ਵਿਵੇਕ ਸਰ ਸਾਹਿਬ, ਕੌਲ ਸਰ, ਆਰਾਮ ਸਰ ਸਾਹਿਬ, ਇੱਥੇ ਫਿਰ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਸਰੋਵਰ ਲਵਾਏ। ਇਹ ਪਾਤਸ਼ਾਹ ਜੀ ਜਦੋਂ ਸੋਚਦੇ ਆ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਪਾਤਸ਼ਾਹ ਜੀ ਸਰਬੱਤ ਦਾ ਭਲਾ ਲੋਚਣ ਵਾਲੇ ਹਨ। ਤੀਰਥ ਕੀ ਤਬਕਾਰ ਹਟਾਏ। ਤੋ ਮਹਾਰਾਜ ਨੇ ਸਿੱਖਾਂ ਨੂੰ ਰੋਕ ਦਿੱਤਾ, ਭਾਈ ਇੱਟ ਚੁੱਕ ਕੇ ਲੈ ਗਏ ਆ ਜਿਹੜੇ ਦੁਸ਼ਟ ਹਨ, ਤੇ ਹੁਣ ਇੱਥੇ ਸੇਵਾ ਅੱਗੇ ਨਹੀਂ ਚਲਾਉਣੀ, ਇੱਕ ਵਾਰੀ ਰੋਕ ਦਿੱਤੀ ਜਾਵੇ। ਲਖਿਓ ਭਵਿੱਖਿਅਤ ਜਿਮ ਹੋਵੈ ਜਾਏ। ਤੇ ਮਹਾਰਾਜ ਜਾਣਦੇ ਵੀ ਆਉਣ ਵਾਲੇ ਸਮੇਂ ਵਿੱਚ ਸਰੋਵਰ ਸਾਡੇ ਸਿੱਖਾਂ ਨੇ ਆਪ ਹੀ ਪੂਰਾ ਕਰਵਾ ਲੈਣਾ,
ਪਰ ਗੁਰੂ ਕੀ ਇੱਟ ਤੇ ਗੁਰੂ ਘਰ ਦੀ ਚੋਰੀ ਕਰਨ ਵਾਲਿਆਂ ਦੇ ਪੱਲੇ ਕੱਖ ਨਹੀਂ ਰਹਿਣਾ। ਹੁਣ ਦੀਦੀ ਕਿਤੇ ਨੂਰਦੀਨ ਦੀ ਸਰਾਂ ਪਿੰਡ ਜ਼ਰੂਰ ਹੈ, ਨੂਰਦੀਨ ਦੀ ਸਰਾਂ, ਪਰ ਉੱਥੇ ਨੂਰਦੀਨ ਦੀ ਸਰਾਂ ਕੋਈ ਨਹੀਂ ਹੈ। ਉਹ ਪੁੱਟ ਕੇ ਲੈ, ਨਾ ਅਮਾਨਤ ਖਾਂ ਦਾ ਕੋਈ ਨਾਂ ਲੈਂਦਾ, ਨਾ ਨੂਰਦੀਨ ਦਾ ਲੈਂਦਾ, ਨਾ ਨਰੰਗਾਬਾਦ ਵਾਲੇ ਚੌਧਰੀ ਦਾ ਕੋਈ ਨਾਂ ਲੈਂਦਾ, ਜਿਨ੍ਹਾਂ ਗੁਰੂ ਘਰੋਂ ਚੋਰੀਆਂ ਕਰ ਕਰ ਇੱਟਾਂ ਆਪਦੇ ਹਵੇਲੀਆਂ ਬਣਾਈਆਂ ਅਤੇ ਉਹਨਾਂ ਦੀ ਜੜ੍ਹ ਪੁੱਟੀ ਗਈ। ਅੱਜ ਉਹਨਾਂ ਦਾ ਟੱਬਰ ਟੀਰ ਦਾ ਵੀ ਕੋਈ ਨਾਂ ਠੇ ਨਹੀਂ ਹੈ। ਅਤੇ ਤਰਨ ਤਾਰਨ ਜਾ ਕੇ ਵੇਖੋ ਖਾਲਸਾ ਜੀ, ਪਰਿਕਰਮਾ ਕਰਦਿਆਂ ਥੱਕ ਜਾਈਦਾ। ਐਡਾ ਵੱਡਾ ਮਹਾਨ, ਦੂਜੇ ਪਾਸੇ ਸਿੱਖ ਦੀ ਪਛਾਣ ਨਹੀਂ ਆਉਂਦੀ ਗੀ। ਐਡਾ ਵੱਡਾ ਸਰੋਵਰ ਸਾਰਾ ਪਾਤਸ਼ਾਹ ਦੇ ਸਿੱਖਾਂ ਨੇ ਪੂਰਾ ਕੀਤਾ ਬਾਅਦ ਵਿੱਚ ਫਿਰ। ਪਰ ਮਹਾਰਾਜ ਦੇ ਘਰ ਮੱਥਾ ਲਾਉਣ ਵਾਲੇ, ਚੋਰੀ ਕਰਨ ਵਾਲੇ, ਗਰੀਬ ਨਵਾਜ ਦੇ ਘਰ ਵਾਲੇ ਪਾਸੇ ਭੈੜੀ ਮੈਲੀ ਈਰਖਾ ਦੀ ਅੱਖ ਰੱਖ ਕੇ ਵੇਖਣ ਵਾਲਿਆਂ ਦੀ ਜੜ ਪੁੱਟੀ ਗਈ ਹੈ। ਤੋ ਪਾਤਸ਼ਾਹ ਮਹਾਰਾਜ ਦਾ ਪਾਵਨ ਸਥਾਨ ਹੁਣ ਜੈ ਜੈਕਾਰ ਹੋ ਰਹੀ ਹੈ। ਇਹ ਗੱਲ ਪਾਤਸ਼ਾਹ ਜੀ ਸਮਾਂ ਰਹਿੰਦਿਆਂ ਜਾਣਦੇ ਹੈ, ਅਤੇ ਭਵਿੱਖਤ ਬਚਨ ਜਾਣ ਕਰਕੇ ਜਾਂ ਭਵਿੱਖਤ ਸਮਾਂ ਵਿਚਾਰ ਕਰਕੇ ਪਾਤਸ਼ਾਹ ਜੀ ਨੇ ਇੱਥੋਂ ਦੀ ਸੇਵਾ ਰੁਕਵਾ ਦਿੱਤੀ ਹੈ। ਅਜਰ ਜਰਨ ਨਿਸਠਤ ਬ੍ਰਹਮ ਗਿਆਨੀ। ਪਾਤਸ਼ਾਹ ਜੀ ਬੜੇ ਕਠੋਰ ਬ੍ਰਹਮ ਗਿਆਨੀ ਹੈ ਪਾਤਸ਼ਾਹ, ਅਤੇ ਨਾਲ ਹੀ ਸੱਚੇ ਪਾਤਸ਼ਾਹ ਮਹਾਰਾਜ ਅਜਰ ਨੂੰ ਜਰਨ ਵਾਲੇ ਹੈ। ਜਿਹੜੀ ਨਹੀਂ ਵੀ ਜਰਨ ਵਾਲੀ ਗੱਲ ਉਹ ਵੀ ਜਰ ਜਾਂਦੇ ਹਨ। ਮੋਹ ਬਿਦਾਰਣ ਉਚਰਤ ਬਾਨੀ। ਤੇ ਮਹਾਰਾਜ ਜੀ ਜਦੋਂ ਮੁੱਖੋਂ ਕੁਝ ਬੋਲਦੇ ਆ ਨਾ, ਗੁਰੂ ਅਰਜਨ ਦੇਵ ਸਾਹਿਬ, ਕਵੀ ਸੰਤੋਖ ਸਿੰਘ ਜੀ ਕਹਿੰਦੇ ਸਾਰਿਆਂ ਦੇ ਮੋਹ ਦੇ ਬੰਧਨ ਕੱਟ ਦਿੰਦੇ ਹਨ। ਮਹਾਰਾਜ ਦੇ ਐਸੇ ਮਿੱਠੇ ਬਚਨ, ਐਸੀ ਉਪਦੇਸ਼, ਐਸੀ ਗੁਰਬਾਣੀ ਹੈ। ਨੈਣ ਰਸੀਲੇ ਕਰੁਣਾ ਰਸੇ। ਮਹਾਰਾਜ ਦੇ ਰਸੀਲੇ ਨੈਣ ਸੁੰਦਰ ਸਦਾ ਕਿਰਪਾ ਨਾਲ ਭਰੇ ਰਹਿੰਦੇ ਹਨ। ਜਿਨ ਮਹਿ ਪ੍ਰੇਮ ਰਹੈ ਨਿਤ ਬਸੇ। ਪਾਤਸ਼ਾਹ ਦੇ ਨੇਤਰਾਂ ਵਿੱਚ ਸਦਾ ਪ੍ਰੇਮ ਵਸਿਆ ਰਹਿੰਦਾ ਹੈ। ਜਗ ਗੁਰਤਾ ਬਰ ਤਖਤ ਬਿਰਾਜੇ। ਸੰਸਾਰ ਦੇ ਸ਼੍ਰੇਸ਼ਟ ਗੁਰਤਾ ਦੇ ਤਖਤ ਤੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਬਰਾਜ ਰਹੇ, ਸੋਭਾ ਪਾ ਰਹੇ ਹੈ। ਦਰਸਹਿ ਸਹਿ ਸਰਧਾ ਅਗ ਭਾਜੇ। ਜਿਹੜੇ ਸ਼ਰਧਾ ਸਹਿਤ ਪਾਤਸ਼ਾਹ ਦੇ ਦਰਸ਼ਨ ਕਰਦੇ, ਉਹਨਾਂ ਦੇ ਦੁੱਖ ਕੱਟੇ ਜਾਂਦੇ ਆ, ਪਾਪ ਭੱਜ ਜਾਂਦੇ ਆ। ਨੂਰੋ ਦੀਨ ਅਮਾਨਤ ਖਾਨ। ਜਦੋਂ ਖਾਲਸਾ ਜੀ ਪਾਤਸ਼ਾਹ ਨੇ ਫਿਰ ਇੱਥੋਂ ਚੱਲਣ ਦੀ ਤਿਆਰੀ ਕਰ ਲਈ, ਤੰਬੂ ਪਟਵਾ ਲਏ, ਵੀ ਰੋਕ ਦਿੱਤੀ ਸੇਵਾ ਤਰਨ ਤਾਰਨ ਸਾਹਿਬ ਦੀ। ਇੱਕ ਨੂਰਦੀਨ ਜਿਹੜਾ ਹੈ ਤੇ ਅਮਾਨਤ ਖਾਨ ਦੋਵੇਂ ਹਨ ਜੋ ਤਿਨਹੁ ਸੁਣੀ ਸੁਧ ਸਗਰੀ ਕਾਨ। ਤੇ ਦੱਸਿਆ ਕਿਸੇ ਨੇ ਜਾ ਕਰਕੇ, ਇਹਨਾਂ ਦੋਵਾਂ ਨੇ ਸਾਰੀ ਗੱਲਬਾਤ ਜਦੋਂ ਸੁਣੀ ਹੈ। ਤੀਰਥ ਕਰਬੇ ਤੇ ਹਟ ਰਹੇ। ਕਿਸੇ ਨੇ ਦੱਸਿਆ ਕਿ ਹੇ ਨੂਰਦੀਨ ਮਹਾਰਾਜ ਅਮਾਨਤ ਖਾਨ ਜੀ, ਤੁਸਾਂ ਇੱਟ ਚੁੱਕ ਲਈ ਗੁਰੂ ਘਰ ਦੀ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਾਂ ਹੁਣ ਤੀਰਥ ਬਣਾਉਣੋਂ ਹਟ ਗਏ ਹੈ। ਉਹਨਾਂ ਨੇ ਤਰਨ ਤਾਰਨ ਸਾਹਿਬ ਦਾ ਕੰਮ ਰੋਕ ਦਿੱਤਾ ਹੈ। ਕੂਚ ਕਰਨ ਚਲੇ ਬੋ ਚਿਤ ਰਹੇ। ਤੇ ਮਹਾਰਾਜ ਚਿਤਵ ਰਹੇ ਆ ਮਨ ਵਿੱਚ ਵੀ ਹੁਣ ਇੱਥੋਂ ਚਲੇ ਜਾਈਏ। ਤੰਬੂ ਪੱਟ ਰਹੇ ਆ ਸਿੱਖ, ਤੇ ਤਰਨ ਤਾਰਨ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਦੀ ਤਿਆਰੀ ਹੈ। ਮਿਲ ਦੋਨੋਂ ਇੱਕ ਮਨੁਜ ਪਠਾਵਾ। ਇਹਨਾਂ ਨੇ ਫਿਰ ਆਪਦਾ ਸੁਲ੍ਹਾ ਕਰਨ ਵਾਸਤੇ ਕੋਈ ਸੁਲ੍ਹਾਕਾਰੀ ਭੇਜਿਆ। ਮਹਾਰਾਜ ਦੇ ਪਾਸ ਆਇਆ ਇਹਨਾਂ ਦਾ ਭੇਜਿਆ ਬੰਦਾ, ਜੋ ਸ਼ਾਹੋ ਸੁਨੈ ਨਹਿ ਚਿਤ ਡਰ ਪਾਵਾ। ਕਿਉਂਕਿ ਡਰਦੇ ਵੀ ਹੈ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਨਾਲ ਸਾਰੇ ਪੰਜਾਬ ਦੀ ਸੰਗਤ ਹੈ, ਤੇ ਜਹਾਂਗੀਰ ਬਾਦਸ਼ਾਹ ਗੁੱਸੇ ਹੋਵੇਗਾ ਸਾਡੀ ਇਸ ਕਰਤੂਤ ਤੋਂ। ਇਸ ਕਰਕੇ ਮਹਾਰਾਜ ਨਾਲ ਹੁਣ ਸੁਲ੍ਹਾ ਕਰਨ ਵਾਸਤੇ ਬੰਦੇ ਭੇਜਦੇ ਹਨ। ਆਏ ਗੁਰੂ ਕੋ ਕਹਿਓ ਅਗਾਰੀ। ਇਹਨਾਂ ਦੇ ਭੇਜੇ ਹੋਏ ਕੋਈ ਜਿਹੜਾ ਸੁਲ੍ਹਾਕਾਰ ਹੈ, ਉਹਨੇ ਆ ਕੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਖਣਾ ਕੀਤਾ ਹੈ, ਤੁਮ ਕਿਉਂ ਵਰਜੀ ਤਾਲ ਉਸਾਰੀ। ਵੀ ਪਾਤਸ਼ਾਹ ਜੀ ਮਹਾਰਾਜ ਉਹ ਅਮਾਨਤ ਖਾਨ ਤੇ ਨੂਰਦੀਨ ਨੇ ਮੈਨੂੰ ਭੇਜਿਆ, ਕਹਿੰਦੇ ਵੀ ਤੁਸੀਂ ਕਿਉਂ ਸਰੋਵਰ ਦਾ ਕੰਮ ਰੋਕ ਦਿੱਤਾ, ਕਿਉਂ ਸੇਵਾ ਰੋਕ ਦਿੱਤੀ ਹੈ। ਜਿਤਕ ਪਜਾਵੇ ਪਰ ਲਗ ਦਰਬਾਰ। ਤੇ ਪਾਤਸ਼ਾਹ ਮਹਾਰਾਜ ਜੀ ਜਿੰਨਾ ਕੁ ਪਜਾਵੇ ਤੇ ਦਰਬ ਲੱਗਦਾ, ਭਾਵ ਜਿੰਨੀ ਕੁ ਇੱਟ ਤੁਹਾਡੀ ਚੁੱਕੀ ਹੈ, ਜਿੰਨਾ ਕੁ ਤੁਹਾਡੇ ਪਜਾਵਿਆਂ ਤੇ ਇੱਟਾਂ ਤੇ ਖਰਚਾ ਆਇਆ ਹੈ, ਕਹਿ ਹਮ ਤੇ ਅਬ ਲੀਜਹਿ ਸਰਬਾ। ਤੇ ਪਾਤਸ਼ਾਹ ਜੀ ਕਿਰਪਾ ਕਰੋ ਸਾਥੋਂ ਸਾਰਾ ਹੀ ਲੈ ਲਓ ਜੋ ਚਾਹੀਦਾ। ਮਹਾਰਾਜ ਸਾਰਾ ਕੁਝ ਅਸੀਂ ਦੇਣ ਨੂੰ ਤਿਆਰ, ਜਿੰਨਾ ਤੁਹਾਡਾ ਖਰਚਾ ਇੱਟਾਂ ਦਾ। ਤੇ ਉਹ ਨੂਰਦੀਨ ਤੇ ਅਮਾਨਤ ਹਾਂ ਕਹਿੰਦੇ ਅਸੀਂ ਖਰਚਾ ਦੇਣ ਨੂੰ ਤਿਆਰ ਹਾਂ। ਅਪਰ ਈਂਟ ਕਾ ਦੇਹੋ ਚੜਾਏ। ਤੇ ਹੋਰ ਇੱਟਾਂ ਜਿਹੜੀਆਂ ਤੁਸੀਂ ਆਵੇ ਲਵਾ ਕੇ ਹੋਰ ਚੜਾ ਦਿਓ।
ਪੈਸੇ ਦੇ ਦੇਣੇ ਚੁੱਕੀ ਇੱਟ ਦੇ, ਤੇ ਇੱਟਾਂ ਹੋਰ ਪਕਵਾ ਲਓ ਜੀ। ਕਰਤ ਕਾਰ ਸਗਰੀ ਪਕ ਜਾਏ। ਤੋ ਇਸ ਤਰ੍ਹਾਂ ਜਦੋਂ ਪੱਕ ਗਈਆਂ ਇੱਟਾਂ ਤੇ ਰਹਿੰਦਾ ਸਰੋਵਰ ਤੁਸੀਂ ਪੂਰਾ ਕਰ ਲਿਆ ਜੋ। ਆਗੈ ਕੋ ਹਮ ਲੇਹ ਨ ਕੋਈ। ਤੇ ਅਸੀਂ ਵਾਅਦਾ ਕਰਦੇ ਮਹਾਰਾਜ ਨੂਰਦੀਨ ਵੱਲੋਂ, ਮੈਂ ਵਾਅਦਾ ਕਰਦਾ ਅਮਾਨਤ ਖਾਂ ਵੱਲੋਂ ਵੀ ਅਗਾਂਹ ਅਸੀਂ ਤੁਹਾਡੀ ਕੋਈ ਇੱਟ ਨਹੀਂ ਚੁੱਕਾਂਗੇ। ਬੈਠੇ ਰਚਹੁ ਆਪਨ ਸਰ ਸੁਜੋਈ। ਤੇ ਉਹਨਾਂ ਭੇਜਿਆ ਵੀ ਆਪ ਗੁੱਸਾ ਨਾ ਕਰੋ, ਜਾਓ ਨਾ ਇੱਥੋਂ, ਇੱਥੇ ਬੈਠੇ ਰਹੋ ਤੇ ਸੋਹਣਾ ਸਰੋਵਰ ਬਣਵਾ ਲਓ, ਪੈਸੇ ਲੈ ਲਓ ਤੇ ਇੱਟਾਂ ਹੋਰ ਪਕਵਾ ਲਓ ਜੀ। ਬਣੀ ਸਰਾਏ ਤੁਰਤ ਹੀ ਤਿਆਰੇ। ਤੇ ਮਹਾਰਾਜ ਬਣੀ ਜ਼ਰੂਰਤ ਹਮਕੋ ਭਾਰੀ, ਸਾਨੂੰ ਭਾਰੀ ਜ਼ਰੂਰਤ ਪੈ ਗਈ ਸੀ, ਲੋੜ ਪੈ ਗਈ ਸੀ। ਸਾਹੋ ਨਿਦੇਸ਼ ਜੋ ਸ਼ੀਘਰ ਉਚਾਰੀ। ਕਿਉਂਕਿ ਜਿਹੜਾ ਬਾਦਸ਼ਾਹ ਜਹਾਂਗੀਰ ਨੇ ਸਖਤ ਹੁਕਮ ਕੀਤੇ ਸੀ ਵੀ ਛੇਤੀ ਤੋਂ ਛੇਤੀ ਸਰਾਵਾਂ ਬਣਾਈਆਂ ਜਾਣ। ਕਰਹੁ ਸਰਾਏ ਤੁਰਤ ਹੀ ਤਿਆਰੇ। ਤੇ ਜਹਾਂਗੀਰ ਦਾ ਹੁਕਮ ਸੀ ਵੀ ਸਾਰੇ ਜਿਹੜੇ ਹਾਕਮ ਹੈ ਛੇਤੀ ਤੋਂ ਛੇਤੀ ਸਰਾਵਾਂ ਤਿਆਰ ਕਰ ਲੈਵਣ। ਜਾਂ ਤੇ ਆਵੇ ਲਏ ਤੁਮਾਰੇ। ਤੇ ਇੱਟ ਕਿਤੋਂ ਮਿਲੀ ਨਹੀਂ, ਜਿਸ ਕਰਕੇ ਪਾਤਸ਼ਾਹ ਨੂਰਦੀਨ ਨੇ ਤੇ ਅਮਾਨਤ ਖਾਂ ਨੇ ਤੁਹਾਡੇ ਆਵੇ ਚੁੱਕ ਲਏ, ਤੁਹਾਡੀਆਂ ਪੱਕੀਆਂ ਇੱਟਾਂ ਚੁੱਕ ਲਈਆਂ ਸਨ। ਜਿਸ ਕੋ ਲੀਜੈ ਮੋਲ ਸਵਾਇਆ। ਤੇ ਹੁਣ ਉਹ ਕਹਿੰਦੇ ਵੀ ਸਵਾ ਮੁੱਲ ਲੈ ਲਓ, ਵੀ ਜਿੰਨਾ ਤੁਹਾਡਾ ਇੱਟਾਂ ਦਾ ਖਰਚਾ ਆਇਆ ਚੁੱਕੀਆਂ ਦਾ, ਉਸ ਤੋਂ ਵੱਧ ਅਸੀਂ ਮਾਇਆ ਦੇ ਦਿੰਦੇ ਹਾਂ। ਦੇਹ ਆਏ ਸੁਪਨ ਲੱਗਾ ਹੈ ਪਜਾਇਆ। ਤੇ ਆਗਿਆ ਦਿਓ ਸਿੱਖਾਂ ਨੂੰ ਤੇ ਫਿਰ ਤੁਹਾਡੇ ਪਜਾਵੇ ਲੱਗ ਜਾਣਗੇ। ਮਾਇਆ ਵੱਧ ਲੈ ਲਓ ਤੇ ਇੱਟਾਂ ਹੋਰ ਪਕਾ ਲਓ ਪਾਤਸ਼ਾਹ ਜੀ, ਇੱਥੋਂ ਨਾ ਜਾਣਾ ਕਰੋ ਜੀ। ਸ਼੍ਰੀ ਅਰਜਨ ਪੁਨ ਕੀਨ ਬਖਾਨਾ। ਤੇ ਬੜੇ ਵੀਰ ਰਸ ਵਿੱਚ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਬੋਲੇ ਹਨ। ਕਰਿਓ ਮੋਲ ਬਲ ਲਾਏ ਮਹਾਨ। ਮਹਾਰਾਜ ਕਹਿੰਦੇ ਇੱਟਾਂ ਦਾ ਮੁੱਲ ਤਾਂ ਤੁਸੀਂ ਮੋੜ ਦਿੱਤਾ ਹੈ ਭਾਈ। ਉਹ ਕਹਿੰਦਾ ਪਾਤਸ਼ਾਹ ਅਜੇ ਤਾਂ ਦਿੱਤਾ ਹੀ ਕੁਝ ਨਹੀਂ। ਮਹਾਰਾਜ ਕਹਿੰਦੇ ਜਿਹੜਾ ਜ਼ਬਰਦਸਤੀ ਕੀਤੀ ਇਹਦੋਂ ਵੱਡਾ ਮੁੱਲ ਕੀ ਹੈ। ਤੁਸਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਮੱਥਾ ਲਾ ਕੇ ਇੱਟਾਂ ਦਾ ਮੁੱਲ ਤਾਂ ਇੱਕ ਵਾਰੀ ਮੋੜ ਦਿੱਤਾ ਹੈ। ਸੋਈ ਮੋਲ ਦੇਹ ਹਮ ਤੁਮੈ। ਤੇ ਮਹਾਰਾਜ ਕਹਿੰਦੇ ਉਹ ਇੱਟ ਜਿਹੜੀ ਤੁਸੀਂ ਲੈ ਗਏ ਹੋ ਨਾ, ਜ਼ੋਰ ਪਾ ਕੇ ਇੱਟ ਲੈ ਕੇ ਗਏ ਹੋ, ਇਹ ਮੁੱਲ ਪਾ ਕੇ ਗਏ ਹੋ। ਤੇ ਜਦੋਂ ਹੁਣ ਅਸੀਂ ਸਾਡੇ ਸਿੱਖ ਤੁਹਾਥੋਂ ਇੱਟਾਂ ਲੈਣਗੇ ਤੇ ਜਿਹੜਾ ਮੁੱਲ ਤੁਸੀਂ ਪਾਇਆ ਉਦੋਂ ਦੁੱਗਣਾ ਮੁੱਲ ਕਰਕੇ ਮੋੜਾਂਗੇ। ਵੀ ਤੁਸੀਂ ਬਲ ਨਾਲ ਇੱਟਾਂ ਲੈ ਕੇ ਗਏ ਹੋ ਤੇ ਸਾਡੇ ਸਿੱਖ ਵੀ ਕਿਸੇ ਸਮੇਂ ਬਲ ਨਾਲ ਇੱਟਾਂ ਲੈ ਕੇ ਆਉਣਗੇ ਤੇ ਤੁਹਾਡੇ ਘਰਾਂ ਦੀ ਨੀਂਹ ਵੀ ਨਹੀਂ ਛੱਡਣੀ ਉਹਨਾਂ ਨੇ। ਇਹ ਬਚਨ ਮਹਾਰਾਜ ਨੇ ਆਖ ਦਿੱਤੇ ਹਨ। ਜਬ ਹੀ ਆਏ ਜਾਏਗੋ ਸਮੈ। ਤੋ ਮਹਾਰਾਜ ਕਹਿੰਦੇ ਕੋਈ ਜਦੋਂ ਸਮਾਂ ਇਹ ਇੱਟਾਂ ਵਾਪਸ ਆਉਣ ਦਾ, ਸਾਡੇ ਘਰ ਵਿੱਚ ਫਿਰ ਇਹ ਤਰਨ ਤਾਰਨ ਪੂਰਾ ਹੋਣ ਦਾ ਸਮਾਂ ਆਵੇਗਾ। ਹਮਾਰੇ ਸਿੱਖ ਹਵੈ ਹੈ ਬਲ ਭਾਰੀ। ਸਾਡੇ ਸਿੱਖ ਬੜੇ ਭਾਰੀ ਬਲ ਵਾਲੇ ਹੋ ਜਾਣਗੇ, ਰਾਜੇ ਮਹਾਰਾਜੇ ਬਣਿਆ ਕਰਨਗੇ। ਨਿਜ ਬਲ ਕਰ ਲੈ ਨੀਵ ਉਖਾਰੀ। ਤੇ ਸਾਡੇ ਸਿੱਖ ਆਪਦੇ ਬਲ ਦੇ ਨਾਲ, ਸ਼ਮਸ਼ੀਰ ਤਲਵਾਰ ਦੇ ਨਾਲ ਇਹ ਤੁਹਾਡੇ ਤੁਰਕਾਂ ਦੇ ਘਰਾਂ ਦੀਆਂ ਜੜ੍ਹਾਂ ਪੁੱਟ-ਪੁੱਟ ਕੇ ਲਿਆਉਣਗੇ। ਢਾਹੈ ਸਦਨ ਜੋ ਪਾਕ ਬਣਾਏ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਇੱਟ ਨਾਲ ਜਿਹੜੇ ਤੁਸੀਂ ਕੋਠੀਆਂ ਮਹਿਲ ਬਣਾਏ ਆ, ਸਾਰੇ ਉਧੇੜ ਕੇ ਲੈ ਆਉਣਗੇ। ਇਹੀ ਈਂਟ ਕਾ ਲੱਗ ਹੈ ਆਏ। ਤੇ ਇੱਟ ਕਿਤੇ ਨਹੀਂ ਜਾਂਦੀ। ਮਹਾਰਾਜ ਕਹਿੰਦੇ ਸਾਡੀ ਸਮਾਂ ਜ਼ਰੂਰ ਪੈ ਜਾਵੇਗਾ, ਪਰ ਇਹੀ ਇੱਟ ਫਿਰ ਆ ਕੇ ਤਰਨ ਤਾਰਨ ਸਾਹਿਬ ਲੱਗ ਜਾਵੇਗੀ। ਜਿਮ ਬਲ ਮੋਲ ਤੁਮਹਾਨੇ ਦੀਨ। ਆ ਜਿਹੜਾ ਬਲ ਰੂਪੀ ਮੋਲ, ਆਪਦਾ ਰੋਹਬ ਤਾਕਤ ਵਿਖਾਉਣ ਰੂਪੀ ਤੁਸੀਂ ਮੁੱਲ ਸਾਨੂੰ ਦੇ ਦਿੱਤਾ, ਇੱਟਾਂ ਚੁੱਕ ਲਈਆਂ ਹਨ। ਈਂਟ ਪਜਾਵਨ ਕੀ ਸਭ ਲੀਨ। ਸਾਡੇ ਪੱਕੇ ਹੋਏ ਪਜਾਵਿਆਂ ਸਿੱਖਾਂ ਦੀ ਮਿਹਨਤ ਦੀ ਬਣਾਈ ਸਾਰੀ ਇੱਟ ਚੁੱਕ ਕੇ ਲੈ ਗਏ ਧੱਕੇ ਨਾਲ। ਸੋ ਬਲ ਮੋਲ ਦੇਹਂਗੇ ਤੁਮਕੋ। ਦੁੱਗਣਾ ਕਰਕੇ ਮਹਾਰਾਜ ਕਹਿੰਦੇ ਉਹ ਮੁੱਲ ਤੁਹਾਨੂੰ ਮੋੜਾਂਗੇ ਤੇ ਇੱਟਾਂ ਚੁੱਕ ਕੇ ਲਿਆਵਾਂਗੇ। ਜਿਵੇਂ ਤੁਸੀਂ ਲੈ ਕੇ ਗਏ ਹੋ ਇਸੇ ਤਰ੍ਹਾਂ ਅਸੀਂ ਵਾਪਸ ਲੈ ਲਵਾਂਗੇ। ਤਬੈ ਤਿਆਰ ਤੀਰਥ ਹੋਏ ਹਮਕੋ। ਤੇ ਫੇਰ ਇਹ ਸਾਡਾ ਪਵਿੱਤਰ ਤੀਰਥ ਤਿਆਰ ਹੋਵੇਗਾ। 1823 ਨੂੰ ਖੁਸ਼ਹਾਲ ਸਿੰਘ ਫੈਜ਼ਲਪੁਰੀਆ ਤੇ ਉਹਨਾਂ ਦੇ ਪੁੱਤਰ ਸਰਦਾਰ ਬੁੱਧ ਸਿੰਘ ਨੇ, ਸਾਧ ਸੰਗਤ ਜੀ ਜੱਸਾ ਸਿੰਘ ਰਾਮਗੜੀਏ, ਇਹਨਾਂ ਸਾਰਿਆਂ ਜਿਹੜੇ ਖਾਲਸਿਆਂ ਨੇ, ਸਰਦਾਰਾਂ ਨੇ ਫਿਰ ਵਾਕ ਪੂਰੇ ਕੀਤੇ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਰੋਵਰ ਦੇ ਦੋ ਪਾਸਿਆਂ ਦੀ ਤੇ ਪ੍ਰਕਰਮਾਂ ਦੀ ਹੋਰ ਜਿਹੜੀ ਰਹਿੰਦੀ ਸੇਵਾ ਪੂਰੀ ਕੀਤੀ। ਕੰਵਰ ਨੌ ਨਿਹਾਲ ਸਿੰਘ ਜੀ ਜਿਹੜੇ ਹੈ, ਇਹਨਾਂ ਸਾਧ ਸੰਗਤ ਦੀ ਮਨਾਰਾ ਬਣਵਾਇਆ, ਪਾਤਸ਼ਾਹ ਦੇ ਪਾਵਨ ਘਰ ਦਾ ਪ੍ਰਕਰਮਾ ਪੱਕੀ ਕੀਤੀ। ਇਹ ਬਚਨ ਫਿਰ ਇਹਨਾਂ ਨੇ ਪੂਰੇ ਕੀਤੇ ਸੀ ਸਿੰਘ ਸਰਦਾਰਾਂ ਨੇ ਸਮਾਂ ਆਉਣ ਤੇ। ਅਬ ਤੇ ਜਾਏ ਕਹਾ ਇਹ ਬਾਤਾ। ਤੇ ਪਾਤਸ਼ਾਹ ਕਹਿੰਦੇ ਹੁਣ ਜਾ ਕੇ ਆਪਦੇ ਅਮਾਨਤ ਖਾਨ ਨੂਰਦੀਨ ਨੂੰ ਸਾਡਾ ਬਚਨ ਸੁਣਾ ਦਿਓ। ਤੀਰਥ ਬਨ ਹੈ ਤੁਰਕ ਕਰ ਘਾਤ। ਵੀ ਤੀਰਥ ਤਾਂ ਬਣ ਜਾਵੇਗਾ, ਪਰ ਤੁਹਾਡੇ ਹੁਣ ਪੱਲੇ ਨਹੀਂ ਰਹਿਣਾ ਕੱਖ।
ਤੀਰਥ ਬਣੇਗਾ ਪਰ ਤੁਰਕਾਂ ਦਾ ਨਾਸ਼ ਹੋ ਕੇ ਬਣ ਜਾਵੇਗਾ। ਸੁਣ ਕੈ ਰਿਸ ਜੁਤ ਗੁਰ ਕੇ ਬੈਨ। ਤੋ ਮਹਾਰਾਜ ਦੇ ਇਹੋ ਜਿਹੇ, ਕਿਉਂਕਿ ਪਾਤਸ਼ਾਹ ਨਹੀਂ ਇਹੋ ਜਿਹੇ ਰੂਪ ਵਿੱਚ ਕਦੇ ਆਏ ਸੀ, ਇਹੋ ਜਿਹੇ ਕਰੜੇ ਹਜ਼ੂਰ ਦੇ ਜਦੋਂ ਬਚਨ ਸੁਣੇ ਹਨ। ਗਮਨਿਓ ਸੋ ਨਰ ਕਰ ਤਰ ਨੈਨ। ਜਿਹੜਾ ਸੁਨੇਹਾ ਲੈ ਕੇ ਆਇਆ ਅੱਖਾਂ ਨੀਆਂ ਝੁਕਾ ਕੇ ਤੁਰ ਗਿਆ ਹੈ। ਸਭਾ ਬਿਖੈ ਸਭ ਹੂਨ ਸੁਨਾਈ। ਉਹਨੇ ਜਾ ਕੇ ਸਭਾ ਭਰੀ ਵਿੱਚ ਸਾਰੀ ਮਹਾਰਾਜ ਦੀ ਆਖੀ ਹੋਈ ਗੱਲ ਸੁਣਾ ਦਿੱਤੀ ਵੀ ਪਾਤਸ਼ਾਹ ਨੇ ਇਸ ਤਰ੍ਹਾਂ ਗੁੱਸੇ ਨਾਲ ਆਖਿਆ ਵੀ ਹੁਣ ਤੁਰਕਾਂ ਦੀਆਂ ਜੜ੍ਹਾਂ ਪੁੱਟ ਕੇ ਹੀ ਅਸੀਂ ਇੱਥੇ ਲਾਵਾਂਗੇ, ਪਾਵਨ ਸਥਾਨ ਬਣਾਵਾਂਗੇ। ਸੁਣ ਕਰ ਨੂਰ ਦੀਨ ਰਿਸ ਖਾਈ। ਤੇ ਹੰਕਾਰੀ ਆ ਇਹਨਾਂ ਨੂੰ ਕੀ ਵੀ ਸਦਾ ਖਰੇ ਸਾਡਾ ਹੀ ਰਾਜ ਰਹਿਣਾ ਹੈ। ਸੁਣ ਕੇ ਨਾ ਆਪਣੇ ਆਏ ਹੋਏ ਬੰਦੇ ਦੀਆਂ ਗੱਲਾਂ ਮਹਾਰਾਜ ਨੇ ਇਸ ਤਰ੍ਹਾਂ ਆਖਿਆ, ਨੂਰਦੀਨ ਬੜਾ ਔਖਾ ਹੋਇਆ ਹੈ। ਕਿਆ ਕਰ ਲੇਹ ਕਹੈ ਜੇ ਐਸੇ। ਕਹਿੰਦਾ ਕੀ ਹੋ ਗਿਆ, ਗੁਰੂ ਅਰਜਨ ਦੇਵ ਜੀ ਨੇ ਇਹੋ ਜੀ ਗੱਲ ਕਹਿ ਲਈ, ਇਹ ਸਾਧ ਜਿਹੜੇ ਐ ਮਾਲਾ ਪੜਨ ਵਾਲੇ ਭਲਾ ਸਾਡਾ ਕੀ ਵਿਗਾੜ ਲੈ ਬਣਗੇ। ਲੱਗਿਓ ਚਿਨਾਵਨ ਮੂਰਖ ਤੈਸੇ। ਇਹ ਮੂਰਖ ਨੂਰਦੀਨ ਤੇ ਅਮਾਨਤ ਖਾਉਵੇਂ ਹੀ ਫਿਰ ਲੱਗੇ ਰਹੇ। ਸਾਰੀ ਇੱਟ ਇਹਨਾਂ ਨੇ ਆਪਦੇ ਸਰਾਵਾਂ ਤੇ ਹਵੇਲੀਆਂ ਤੇ ਲਾ ਲਈ ਹੈ। ਸ਼੍ਰੀ ਗੁਰ ਕਰਿਓ ਕੂਚ ਹਟ ਆਏ। ਧੰਨ ਗੁਰੂ ਅਰਜਨ ਦੇਵ ਜੀ ਨੇ ਕੂਚ ਕੀਤਾ, ਤਰਨ ਤਾਰਨ ਸਾਹਿਬ ਤੋਂ ਅੰਮ੍ਰਿਤਸਰ ਆ ਗਏ ਹਨ। ਰਾਮਦਾਸਪੁਰ ਬਿਖੈ ਸੁਹਾਏ। ਤੇ ਰਮਦਾਸਪੁਰ ਭਾਵ ਅੰਮ੍ਰਿਤਸਰ ਸਾਹਿਬ ਵਿੱਚ ਸੰਗਤਾਂ ਸਮੇਤ ਮੁੜ ਆਏ ਐ। ਬੜੀ ਸੋਭਾ ਹੋ ਰਹੀ ਹੈ। ਸ਼੍ਰੀ ਗੁਰ ਹਰਗੋਬਿੰਦ ਸੰਗ ਮਿਲੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਸਤਿਗੁਰੂ ਜੀ ਮਿਲੇ ਹਨ। ਅੰਕ ਬਿਠਾਏ ਪ੍ਰੇਮ ਕਰ ਭਲੇ। ਆਪਣੀ ਝੋਲੀ ਵਿੱਚ ਬਿਠਾਇਆ ਹਰਗੋਬਿੰਦ ਸਾਹਿਬ ਬਾਲਕ ਨੂੰ, ਬੜਾ ਪ੍ਰੇਮ ਕੀਤਾ ਹੈ। ਅਪਰ ਸਰਬ ਸਿੱਖ ਕਰ ਕਰ ਬੰਦਨ। ਹੋਰ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਅੰਮ੍ਰਿਤਸਰ ਸਾਹਿਬ ਦੇ ਵਾਸੀ ਮਹਾਰਾਜ ਨੂੰ ਬੰਦਨਾ ਕਰਦੇ ਐ, ਮੱਥਾ ਟੇਕਦੇ ਐ, ਕਿਉਂਕਿ ਮਹਾਰਾਜ ਕਾਫੀ ਸਮੇਂ ਬਾਅਦ ਪਰਤ ਕੇ ਆਏ ਹਨ। ਦਰਸਹਿ ਦਰਸ਼ਨ ਦੋਸ ਨਿਕੰਦਨ। ਦੁੱਖ ਕੱਟਣ ਵਾਲੇ ਹਜ਼ੂਰ ਪਾਤਸ਼ਾਹ ਦੇ ਸੰਗਤਾਂ ਬੜੇ ਪ੍ਰੇਮ ਉਤਸ਼ਾਹ ਸ਼ਰਧਾ ਦੇ ਨਾਲ ਦਰਸ਼ਨ ਕਰ ਰਹੀਆਂ ਹਨ। ਭਈ ਰੈਨ ਮੰਦਰ ਨਿਜ ਗਏ। ਤੋ ਇਸ ਤਰ੍ਹਾਂ ਰਾਤਰੀ ਹੋਈ ਹੈ। ਪਾਤਸ਼ਾਹ ਜੀ ਆਪਣੇ ਘਰ ਗੁਰੂ ਕੇ ਮਹਿਲ ਨੂੰ ਚਲੇ ਗਏ ਹੈ। ਮਿਲੇ ਸਕਲ ਆਨੰਦ ਮਨ ਭਏ। ਤੇ ਬੜਾ ਆਨੰਦ ਹੋ ਰਿਹਾ, ਸੰਗਤਾਂ ਮਿਲਦੀਆਂ, ਮਹਾਰਾਜ ਪਾਤਸ਼ਾਹ ਜੀ ਬਹੁਤ ਪ੍ਰਸੰਨ ਹੈ। ਸਿੱਖ ਸੰਗਤਾਂ ਵੀ ਹਜ਼ੂਰ ਦੇ ਦਰਸ਼ਨ ਕਰ ਕਰਕੇ ਬੜੇ ਖੁਸ਼ ਹੋ ਰਹੇ ਹੈ, ਆਨੰਦ ਮਾਣ ਰਹੇ ਹਨ। ਤੋ ਇਸ ਤਰ੍ਹਾਂ ਸਾਧ ਸੰਗਤ ਦੀ ਜਿਵੇਂ ਅੰਮ੍ਰਿਤਸਰ ਸਾਹਿਬ ਦੀ ਸੇਵਾ ਵਿੱਚ ਰੁਕ ਗਈ, ਪਾਤਸ਼ਾਹ ਜੀ ਨੇ ਕਲਾ ਵਰਤਾਈ ਵੀ ਸੇਵਾ ਪੂਰੀ ਹੋਵੇਗੀ। ਪਰ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਚੋਰੀ ਕੀਤੀ ਆ, ਕੋਈ ਇੱਟ ਪੱਲਾ ਚੁੱਕ ਕੇ ਲੈ ਕੇ ਗਏ ਆ, ਉਹਨਾਂ ਦੀ ਪਹਿਲਾਂ ਕੀਤੀ ਹੋਈ ਘਾਲਣਾ ਵੀ ਇੱਥੇ ਮੁੜ ਕੇ ਸਾਡੇ ਸਿੱਖ ਲਾਉਣਗੇ। ਤੋ ਫਿਰ ਸਮਾਂ ਪਾ ਕਰਕੇ ਉਹ ਜਿਵੇਂ ਮਹਾਰਾਜਾ ਰਣਜੀਤ ਸਿੰਘ, ਖੁਸ਼ਹਾਲ ਸਿੰਘ ਫੈਜ਼ਲਪੁਰੀਏ ਦੇ ਪੁੱਤਰ ਸਰਦਾਰ ਬੁੱਧ ਸਿੰਘ ਨੇ, ਰਾਮਗੜੀਏ ਜੱਸਾ ਸਿੰਘ ਜੀ ਨੇ, ਇਹਨਾਂ ਸਾਰੇ ਮਹਾਰਾਜ ਦੇ ਬਚਨ ਸਮਾਂ ਆਉਣ 'ਤੇ 18ਵੀਂ ਸਦੀ ਵਿੱਚ ਪੂਰੇ ਕੀਤੇ। ਇਹ ਪਾਵਨ ਪਵਿੱਤਰ ਪ੍ਰਸੰਗ ਹਿਰਦੇ ਵਸੇ, ਜਿੱਥੋਂ ਇਹ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਗੁਰੂ ਘਰ ਦੇ ਜਿਹੜੀ ਵਸਤੂ ਹੈ ਇੱਥੇ ਕੁਝ ਦਿੱਤਾ ਜਾਂਦਾ ਹੈ, ਖਾਲਸਾ ਜੀ ਵਾਹਿਗੁਰੂ ਭੇਟ ਹੀ ਕੀਤਾ ਜਾਂਦਾ ਹੈ। ਪਾਤਸ਼ਾਹ ਦੇ ਘਰ ਵਿੱਚੋਂ ਕੁਝ ਲਿਆ ਨਹੀਂ ਜਾਂਦਾ। ਇੱਥੋਂ ਤਾਂ ਮਹਾਰਾਜ ਮਿਹਰਾਮਤਾਂ ਬਰਕਤਾਂ ਬਖਸ਼ਦੇ ਹੈ, ਮੰਗ ਕੇ ਜੋ ਮਰਜ਼ੀ ਲੈ ਲਈਏ। ਸਾਧ ਸੰਗਤ ਜੀ ਪਾਤਸ਼ਾਹ ਨੇ ਰਾਜ ਭਾਗ ਵੀ ਦਿੱਤੇ ਆ ਸਿੱਖਾਂ ਨੂੰ, ਕਿੱਡੇ ਕਿੱਡੇ ਰਾਜੇ ਮਹਾਰਾਜੇ ਪਾਤਸ਼ਾਹ ਦੇ ਘਰੋਂ ਵਰਸਾਏ ਗਏ ਹੈ। ਜਿਹੜੇ ਵਾ ਬਾਬਾ ਆਲਾ ਸਿੰਘ ਨੂੰ ਮਹਾਰਾਜ ਦੇ ਘਰ ਨੇ ਹੀ ਰਾਜ ਦਿੱਤਾ ਹੈ। ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਬੱਕਰੀਆਂ ਚਾਰ ਦੇ ਬਾਬਰ ਵਰਗਿਆਂ ਨੂੰ ਰਾਜ ਦਿੱਤਾ ਹੋਇਆ 7 ਪੁਸ਼ਤਾਂ ਦਾ, ਪਰ ਮੰਗ ਕੇ ਤੋ ਅੜ ਕੇ ਜਿਹੜਾ ਗੁਰੂ ਘਰੋਂ ਕੋਈ ਵਸਤੂ ਚੁੱਕ ਲੈਂਦਾ ਹੈ ਜਾਂ ਮਹਾਰਾਜ ਦੇ ਘਰ ਦੇ ਨਾਲ ਸਿੱਧੇ ਅਸਿੱਧੇ ਤੌਰ 'ਤੇ ਮੱਥਾ ਲਾਉਂਦਾ ਹੈ, ਉਹਦੀ ਸਾਧ ਸੰਗਤ ਜੀ ਦੁਰਗਤੀ ਹੁੰਦੀ ਆ, ਨਾਂ ਨਹੀਂ ਰਹਿੰਦਾ। ਔਰੰਗਜ਼ੇਬ ਵਰਗਿਆਂ ਦੀ ਮੜੀ 'ਤੇ ਤੇਲ ਪਾਉਣ ਵਾਲਾ ਅੱਜ ਕੋਈ ਨਹੀਂ। ਤੇ ਧੰਨ 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 ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਣਾਏ ਮੰਦਰ ਅੱਜ ਸੋਨੇ 'ਚ ਮੜੇ ਹੋਏ ਹੈ। ਉਹ ਭਾਰਤ ਦਾ ਹਾਕਮ ਮਹਾਨ ਬਾਦਸ਼ਾਹ ਕਹਾਉਣ ਵਾਲਾ ਔਰੰਗਜ਼ੇਬ, ਜਿਹਦੀ ਸੰਤਾਨ ਦਾ ਅੱਜ ਕੋਈ ਪਤਾ ਨਹੀਂ, ਕੋਈ ਜਾਣਦਾ ਨਹੀਂ ਕਿੱਥੇ ਹੈ। ਤਾਜ ਮਹੱਲ ਬਣਵਾਉਣ ਵਾਲਿਆਂ ਦਾ ਅੱਜ ਨਾਂ ਨਿਸ਼ਾਨ ਨਹੀਂ। ਤੇ ਜਿਹੜੇ ਨੰਗੇ ਪੈਰੀ ਜੰਗਲਾਂ ਵਿੱਚ ਤੁਰਦੇ ਰਹੇ, ਕਦੇ ਘਰੋਂ ਬੇਘਰ ਹੋਏ ਰਹੇ, ਉਹਨਾਂ ਦੇ ਬਣਾਏ ਹੋਏ ਮੰਦਰ, ਉਹਨਾਂ ਦੇ ਪਾਵਨ ਸਥਾਨ ਜਿੱਥੇ ਜਿੱਥੇ ਪੈਰ ਧਰੇ, ਸਰਹੰਦ, ਕਦੇ ਇਹਨਾਂ ਦੀ ਖਾਲਸਾ ਜੀ ਛੋਟੀ ਦਿੱਲੀ ਵੱਜਦੀ ਸੀ। ਤੇ ਵੇਖ ਲਓ ਅੱਜ ਸਰਹੰਦ ਦਾ ਕੋਈ ਨਾਂ ਨਿਸ਼ਾਨ ਹੈ? ਉਥੇ ਫਤਿਹਗੜ੍ਹ ਸਾਹਿਬ ਪਾਵਨ ਸਥਾਨ ਬਣੇ ਹੋਏ ਹੈ। ਸ਼ਹੀਦ ਬਾਬਾ ਫਤਿਹ ਸਿੰਘ ਸਾਹਿਬ, ਇਹੋ ਜਿਹੇ ਮਹਾਰਾਜ ਦੇ ਪਾਵਨ ਪਵਿੱਤਰ ਬਾਬਾ ਜੋਰਾ ਸਿੰਘ ਸਾਹਿਬ ਵਰਗੇ
ਪਾਤਸ਼ਾਹ ਗਰੀਬ ਨਵਾਜ ਦੇ ਸਾਹਿਬਜ਼ਾਦਿਆਂ ਦੇ ਪਾਵਨ ਕਿੱਡੇ ਕਿੱਡੇ ਅਸਥਾਨ ਨਿਸ਼ਾਨ ਕੇਸਰੀ ਤੇ ਪਾਵਨ ਮਹੱਲ ਝੁੱਲਦੇ ਆ। ਤੋ ਇਹ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੇ ਨਾਲ ਜਿਨ੍ਹਾਂ ਸਾਧ ਸੰਗਤ ਦੀ ਵਫਾ ਕਮਾਈ, ਮੋਤੀ ਰਾਮ ਮਹਿਰਾ ਹੋਵੇ, ਚਾਹੇ ਦੀਵਾਨ ਟੋਡਰਮਲ ਹੋਵੇ, ਤੇ ਚਾਹੇ ਆ ਮੁਹੰਮਦ ਸ਼ੇਰ ਖਾਂ ਮਲੇਰਕੋਟਲੇ ਵਾਲਾ, ਇਹਨੇ ਕੇਵਲ ਹਾਂ ਦਾ ਨਾਰਾ ਹੀ ਮਾਰਿਆ ਸੀ ਨਾ ਕਚਹਿਰੀ ਦੇ ਵਿੱਚ ਵੀ, ਨਹੀਂ ਵਜੀਦ ਖਾਂ, ਜੇ ਮੇਰਾ ਭਰਾ ਗੁਰੂ ਕਲਗੀਧਰ ਪਾਤਸ਼ਾਹ ਨੇ ਜੰਗ ਦੇ ਮੈਦਾਨ ਵਿੱਚ ਮਾਰਿਆ, ਮੈਂ ਬਦਲਾ ਗੁਰੂ ਗੋਬਿੰਦ ਸਿੰਘ ਤੋਂ ਲਵਾਂਗਾ, ਛੋਟੇ ਬੱਚਿਆਂ ਤੋਂ ਨਹੀਂ। ਮੇਰੀ ਇਹ ਸਲਾਹ ਵੀ ਤੂੰ ਵੀ ਹਟ ਜਾ, ਇਹ ਕਹਿਰ ਨਾ ਕਮਾ। ਤੇ ਕੇਵਲ ਹਾਂ ਦਾ ਨਾਰਾ ਮਾਰਿਆ। 1947 ਵਿੱਚ ਕਿੰਨੀ ਕਤਲੋਗਾਰਤ ਹੋਈ। ਇੱਧਰੋਂ ਜਾਣ ਵਾਲੇ ਬੜੇ ਮੁਸਲਮਾਨ ਫਿਰਕਾ ਪ੍ਰਸਤਾਂ ਨੇ ਵੱਡੇ। ਪਰ ਵੇਖ ਲਓ ਮਲੇਰਕੋਟਲੇ, ਅੱਜ ਸਾਰਾ ਮਲੇਰਕੋਟਲਾ ਐਨ ਹਰਿਆ ਭਰਿਆ, ਕਿੰਨੀਆਂ ਤੱਤੀਆਂ ਹਵਾਵਾਂ ਵਗੀਆਂ, ਪਰ ਉੱਧਰ ਕਿਸੇ ਨੇ ਅੱਖ ਭਰ ਕੇ ਨਹੀਂ ਵੇਖਿਆ। ਤੋ ਇਸ ਤਰ੍ਹਾਂ ਸਾਧ ਸੰਗਤ ਜੀ, ਜਿਹੜੇ ਪਾਤਸ਼ਾਹ ਦੇ ਚਰਨੀ ਪਏ ਐ, ਸਰਨ ਪਰੇ ਸੋ ਤਰੇ, ਅੜੇ ਸੋ ਚੜੇ, ਇਹ ਸਿੱਖਿਆਰੇ ਦੇ ਵਿੱਚ ਵਸੇ। ਅੱਗੇ ਭਾਈ ਗੁਰਮੁਖ ਜੀ, ਭਾਈ ਭਖਾਰੀ ਜੀ ਦਾ ਪ੍ਰਸੰਗ ਜਿਵੇਂ ਆਉਂਦਾ ਹੈ, ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਅਪਰ ਸਰਬ ਸਿੱਖ ਕਰ ਕਰ ਬੰਦਨ, ਦਰਸ਼ਨ ਦੁਖ ਨਿਕੰਦਨ, ਭਈ ਰੈਨ ਮੰਦਰ ਨਿਜ ਗਏ, ਮਿਲੇ ਸਕਲ ਆਨੰਦ ਮਨ ਭਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।